सच। डंडौत बंदन अनक बार, सर्ब कला समरथ। डोलन ते राखो प्रभु, नानक दे कर हथ। भुज बल बीर ब्रह्म सुख सागर, गारत परत कह लेहो अंगुरिया। श्रवण ना सुरत नैन सुंदर नहीं, आरत द्वार रटत पिंगरिया। हम अंतली ज्ञानहीन अज्ञानी, क्यों चाल है मार्ग पंथा। हम अंजलि काकुर अंचल तीजै, जन नानक चल है मिलंथा। ना हो जति सती नहीं पढ़िया, मूर्ख मुगदा जन्म भया। प्रणवत नानक तिन की सरना, जिन तू नाही विसरिया। तेरे गुण बहुते मैं एक न जानिया, मैं मूर्ख किछ तीजै। प्रणवत नानक सुन मेरे साहिबा, डुबदा पत्थर लीजै। जेता जियो पिंड सब तेरा, तू अंतर जामी पुरख भगवान। दासन दास कहे जन नानक, जेहा तू कराए है तेहा हो करी बखियान। बेसमार अथाह अगणित अतुलै, ज्यों बुलावहो त्यों नानक दास बोलै। ज्यों बुलावहो त्यों नानक दास बोलै। सतनाम श्री वाहिगुरु साहिब जी। कबहू खीर खाड घिओ ना भावै, कबहू घर घर टूक मगावै। कबहू पूरन चने बनावै, कबहू खीर खाड घिओ ना भावै। कबहू घर घर टूक मगावै, कबहू पूरन चने बनावै। ज्यों राम राखै त्यों रहिए रे भाई, हर की महिमा किठ कथन न जाई। रहाओ कबहू तुरे तुरंग नचावै, कबहू पाए पन हियो न पावै। कबहू खाट सुपेती सुहावै, कबहू घूम पै आर न पावै। भनत नाम लियो एक नाम निस्तारै, जिह गुर मिलै तह पार उतारै। भनत नाम लियो एक नाम निस्तारै,
ਜਿਹ ਗੁਰ ਮਿਲੈ ਤਹ ਪਾਰ ਉਤਾਰੈ। ਕਬਹੂ ਖੀਰ ਖਾਡ ਕਿਉ ਨਾ ਭਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਤਖਤ ਚਵਰ ਛਤਰ ਦੇ ਮਾਲਕ, ਜੁਗ ਜੁਗ ਅਟਲ ਪਤਿਤ ਪਾਵਨ ਭਗਤ ਵਛਲ ਕਰਨਾ ਨਿਦਾਨ। ਅੰਤਰਜਾਮੀ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ। ਗੁਰੂ ਰੂਪ ਖਾਲਸਾ ਸਾਧ ਸੰਗਤ। ਸਤਿਗੁਰੂ ਮਹਾਰਾਜ ਜੀ ਦੀ ਅਪਾਰ ਕਿਰਪਾ ਸਦਕਾ ਅੰਮ੍ਰਿਤ ਵੇਲੇ ਦਾ ਦੀਵਾਨ ਸਜ ਰਿਹਾ ਹੈ। ਸਜੇ ਹੋਏ ਦੀਵਾਨ ਅੰਦਰ ਆਪ ਜੀ ਨੇ ਸਤਿਗੁਰੂ ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ। ਅੰਮ੍ਰਿਤ ਬਾਣੀ ਦਾ ਪਾਠ ਸਰਵਣ ਕਰਕੇ ਆਪਣੇ ਜੀਵਨ ਦਾ ਮਹਾਨ ਲਾਭ ਪ੍ਰਾਪਤ ਕੀਤਾ, ਆਨੰਦ ਮਾਣਿਆ ਹੈ। ਗੁਰੂ ਘਰ ਦੀ ਰੋਜ਼ਾਨਾ ਮਰਿਆਦਾ, ਗੁਰਬਾਣੀ ਦੀ ਲੜੀਵਾਰ ਕਥਾ ਦਾ ਸਮਾਂ ਹੋਇਆ। ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਸਾਹਿਬਾਂ ਦੇ ਚਰਨਾਂ ਨਾਲ ਜੁੜੀਏ ਅਤੇ ਆ ਰਹੀ ਕਥਾ ਸਰਵਣ ਕਰਕੇ ਆਪਣੇ ਜੀਵਨ ਦਾ ਹੋਰ ਲਾਹਾ ਪ੍ਰਾਪਤ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬਹੂ ਖੀਰ ਖਾਡ ਕਿਉ ਨਾ ਭਾਵੈ। ਸਾਧ ਸੰਗਤ, ਸਤਿਗੁਰੂ ਮਹਾਰਾਜ ਜੀ ਭਗਤ ਰਸਨਾ ਦੁਆਰਾ ਭੈਰੋ ਰਾਗ ਦੇ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਭੈਰੋ ਰਾਗ ਅੰਦਰ ਭਗਤ ਨਾਮਦੇਵ ਜੀ ਦੇ 4 ਸ਼ਬਦ ਅਸੀਂ ਸਰਵਣ ਕੀਤੇ ਹਨ। ਅੱਗੇ ਭਗਤ ਜੀ ਵਾਹਿਗੁਰੂ ਪਰਮਾਤਮਾ ਦੀ ਰਜ਼ਾ ਵਿੱਚ ਰਾਜੀ ਰਹਿਣ ਵਾਸਤੇ ਸਾਨੂੰ ਹੁਕਮ ਕਰਦੇ ਨੇ। ਸੰਸਾਰ ਅੰਦਰ ਜੀਵ ਜੋ ਕਰਮ ਕਰਦਾ ਹੈ, ਜੈਸਾ ਬੀਜੈ ਸੋ ਲੁਣੈ ਕਰਮਾ ਸੰਧੜਾ ਖੇਤ। ਆਪਣੇ ਬੀਜੇ ਨੂੰ ਹੀ ਅੱਗੇ ਪ੍ਰਾਪਤ ਕਰਦਾ ਹੈ। ਵਾਹਿਗੁਰੂ ਪਰਮੇਸ਼ਰ ਆਪਣੇ ਹੁਕਮ ਵਿੱਚ ਹੀ ਜੀਵਾਂ ਦੇ ਤਾਈਂ ਉਹਨਾਂ ਦੇ ਕਰਮਾਂ ਅਨੁਸਾਰ ਦੁੱਖ ਤੇ ਸੁੱਖ ਦੇਣਾ ਕਰਦੇ ਹਨ। ਕੋਈ ਗਰੀਬ ਹੈ, ਕੋਈ ਅਮੀਰ ਹੈ, ਕੋਈ ਉੱਚਾ ਹੈ, ਕੋਈ ਨੀਵਾਂ ਹੈ। ਪਰ ਭਗਤ ਜੀ ਕਹਿੰਦੇ ਭਾਈ ਜਿਵੇਂ ਪਰਮਾਤਮਾ ਰੱਖਦਾ ਹੈ ਉਸੇ ਤਰ੍ਹਾਂ ਉਸ ਵਾਹਿਗੁਰੂ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹਿਣਾ ਕਰੀਏ, ਹੁਕਮ ਦੇ ਵਿੱਚ ਚੱਲਣਾ ਕਰੀਏ। ਕਬਹੂ ਖੀਰ ਖਾਡ ਕਿਉ ਨਾ ਭਾਵੈ। ਕਦੇ ਤਾਂ ਕਿਸੇ ਦੇ ਕੋਲ ਇੰਨੀ ਮਾਇਆ, ਇੰਨੇ ਪਦਾਰਥ, ਇੰਨੇ ਸੁੱਖ ਪ੍ਰਾਪਤ ਹੋ ਜਾਂਦੇ ਨੇ ਕਿ ਉਸ ਦੇ ਤਾਈਂ ਖੀਰ ਦੇ ਵਿੱਚ ਖੰਡ ਪਾ ਦਈਏ, ਘਿਓ ਪਾ ਦਈਏ, ਸਵਾਦਿਸ਼ਟ ਬਣਾ ਕਰਕੇ ਦੇਣਾ ਕਰੀਏ ਤਾਂ ਇਹ ਭਾਉਂਦਾ ਨਹੀਂ ਹੈ। ਇੰਨਾ ਮਨੁੱਖ ਤ੍ਰਿਪਤ ਹੋਇਆ ਹੁੰਦਾ ਹੈ ਸਵਾਦਾਂ ਵੱਲੋਂ, ਸੁੱਖਾਂ ਵੱਲੋਂ, ਉਸ ਨੂੰ ਕਦੇ ਭਗਤ ਜੀ ਕਹਿੰਦੇ ਖੀਰ ਵੀ ਚੰਗੀ ਨਹੀਂ ਲੱਗਦੀ, ਖੰਡ ਵੀ ਖਾਣੀ ਚੰਗੀ ਨਹੀਂ ਲੱਗਦੀ। ਖੰਡ ਵਿੱਚ ਘਿਓ ਪਾ ਕੇ ਦੇ ਦਈਏ ਇਹ ਵੀ ਭਾਉਂਦਾ ਨਹੀਂ ਹੈ। ਘਰ ਘਰ ਤੂਕ ਮਗਾਵੇ। ਪਰ ਕਦੇ ਐਸੀ ਗਰੀਬੀ ਆ ਜਾਂਦੀ ਹੈ, ਵੱਡੇ ਵੱਡੇ ਰਾਜੇ ਵੀ ਸਾਧ ਸੰਗਤ ਮੰਗ ਤੇ ਬਣ ਜਾਂਦੇ ਨੇ।
ਘਰ ਘਰ ਵਿੱਚ ਜਾ ਕਰਕੇ ਟੁੱਕ ਮੰਗਦੇ ਨੇ, ਟੁੱਕੜ ਮੰਗਦੇ ਹਨ। ਔਰ ਐਸਾ ਪਰਮਾਤਮਾ ਚੋਜ ਕਰਨ ਵਾਲਾ ਹੈ, ਰਾਜਿਆਂ ਤੋਂ ਵੀ ਭਿਖਾਰੀ ਬਣਾ ਦਿੰਦਾ ਹੈ। ਜਿੱਥੇ ਭਗਤ ਜੀ ਕਹਿੰਦੇ ਉਹ ਪਰਮਾਤਮਾ ਐਸਾ ਸਮਰੱਥ ਹੈ, ਰਾਜਾ ਤੇ ਭਿਖਾਰੀ, ਰਾਜੇ ਤੋਂ ਭਿਖਾਰੀ ਬਣਾ ਦਿੰਦਾ ਹੈ। ਜਾ ਕੀ ਛੋਟ ਜਗਤ ਕੋ ਲਾਗੈ, ਤਾ ਪਰ ਤੁਹੀ ਡਰੈ, ਨੀਚਹਿ ਊਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਹਰ ਕੀ ਗਤ ਨਹਿ ਕਹੂ ਜਾਣੈ, ਜੋਗੀ ਜਤੀ ਤਪੀ ਪਚਹਾਰੇ, ਅਰ ਬਹੁ ਲੋਕ ਸਿਆਣੇ। ਰੀਤੇ ਭਰੇ ਭਰੇ ਸਖਨਾਵੈ, ਜਹ ਤਾਕੋ ਵਿਵਹਾਰੇ। ਪਰਮਾਤਮਾ ਐਸਾ ਹੈ, ਉਸ ਵਾਹਿਗੁਰੂ ਦੇ ਹੁਕਮ ਵਿੱਚ ਜੀਵ ਕਿਸੇ ਸਮੇਂ ਤਾਂ ਰਾਜਾ ਬਣ ਜਾਂਦਾ ਹੈ ਤੇ ਕਿਸੇ ਸਮੇਂ ਭਿਖਾਰੀ ਬਣ ਕੇ ਟੁੱਕ ਟੁੱਕ ਮੰਗਦਾ ਹੈ। ਕਦੇ ਐਸਾ ਸਮਾਂ ਹੋ ਜਾਂਦਾ ਹੈ, ਸੂੜੀ ਦੇ ਵਿੱਚੋਂ ਜਿਹੜੇ ਕਰੜੇ ਚਣੇ ਹੁੰਦੇ ਹਨ, ਛੋਲੇ ਹੁੰਦੇ ਨੇ, ਚੁਗ ਚੁਗ ਕੇ ਖਾਂਦਾ ਹੈ। ਕਦੇ ਐਸੀ ਗਰੀਬੀ ਆ ਜਾਂਦੀ ਹੈ, ਐਸੀ ਹਾਲਤ ਹੋ ਜਾਂਦੀ ਹੈ, ਕੂਰਨ ਨਾਮ ਹੈ ਕੂੜੇ ਦਾ, ਕੂੜੇ ਵਿੱਚੋਂ ਵੀ ਚਣੇ ਚੁਗ ਚੁਗ ਕੇ, ਬਿਨਾਵੇ ਨਾਮ ਹੈ ਚੁਗਣ ਦਾ। ਇਹ ਜੀਵ ਖਾਂਦਾ ਹੈ ਆਪਣੀ ਤ੍ਰਿਪਤੀ ਵਾਸਤੇ। ਇਸ ਲਈ ਭਗਤ ਜੀ ਕਹਿੰਦੇ, ਭਾਈ ਜਿਵੇਂ ਰਾਮ ਪਰਮੇਸ਼ਰ ਵਾਹਿਗੁਰੂ ਸਾਡੇ ਤਾਈਂ ਸਾਡੇ ਕੀਤੇ ਹੋਏ ਕਰਮਾਂ ਅਨੁਸਾਰ ਰੱਖਣਾ ਚਾਹੁੰਦਾ ਹੈ, ਉਵੇਂ ਹੀ ਉਸ ਦੀ ਰਜਾ ਵਿੱਚ ਰਹਿਣਾ ਚਾਹੀਦਾ ਹੈ। ਜੇ ਸੁੱਖ ਆ ਜਾਣ ਤਾਂ ਪਰਮਾਤਮਾ ਦਾ ਸ਼ੁਕਰਾਨਾ ਕਰਕੇ ਰਜਾ ਮੰਨੇ, ਹੁਕਮ ਵਿੱਚ ਚੱਲੇ। ਸੁੱਖਾਂ ਨਾਲ ਪ੍ਰੀਤ ਨਾ ਕਰੇ, ਪਦਾਰਥਾਂ ਦੇ ਨਾਲ, ਮਾਇਆ ਦੇ ਨਾਲ, ਕਿਉਂਕਿ ਇਹ ਮਾਇਆ ਸਦਾ ਜੀਵ ਦੇ ਕੋਲ ਨਹੀਂ ਰਹਿੰਦੀ। ਔਰ ਜੇ ਕੋਈ ਗਰੀਬੀ ਹੈ ਤਾਂ ਦੁਖੀ ਨਾ ਹੋਵੇ ਕਿ ਮੈਂ ਗਰੀਬ ਹਾਂ, ਕਿਉਂਕਿ ਇਹ ਗਰੀਬੀ ਵੀ ਸਦਾ ਨਹੀਂ ਰਹਿੰਦੀ। ਜਿਵੇਂ ਪਰਮਾਤਮਾ ਸਾਨੂੰ ਰੱਖਣਾ ਚਾਹੁੰਦਾ ਹੈ, ਉਵੇਂ ਹੀ ਹੈ ਭਾਈ ਰਹਿਣਾ ਕਰੀਏ। ਉਹ ਵਾਹਿਗੁਰੂ ਆਪ ਆਪਣੇ ਭਗਤਾਂ ਦੀ ਪ੍ਰਤਪਾਲਨਾ ਕਰਦਾ ਹੈ, ਉਹਨਾਂ ਦੀ ਰੱਖਿਆ ਕਰਦਾ ਹੈ, ਜਿਹੜੇ ਉਸ ਦੇ ਹੁਕਮ ਵਿੱਚ ਚੱਲਦੇ ਹਨ। ਹਰਿ ਕੀ ਮਹਿਮਾ ਕਿਛ ਕਥਨ ਨਾ ਜਾਈ। ਹਰੀ ਪਰਮਾਤਮਾ ਦੀ ਜੋ ਮਹਿਮਾ ਹੈ, ਵਡਿਆਈ ਹੈ, ਕੁਝ ਕਹੀ ਨਹੀਂ ਜਾ ਸਕਦੀ। ਇੰਨੀ ਬੇਅੰਤ ਹੈ, ਉਸ ਦੇ ਤਾਈਂ ਕੋਈ ਕਥਨ ਕਰਕੇ ਦੱਸ ਨਹੀਂ ਸਕਦਾ। ਜਿਸ ਤਰ੍ਹਾਂ ਸਤਿਗੁਰੂ ਬਚਨ ਕਰਦੇ ਨੇ, ਜਿਉ ਜਨਨੀ ਸੁਤ ਜਨ ਪਾਲਤੀ, ਰਾਖੈ ਨਦਰ ਮਝਾਰ, ਅੰਤਰ ਬਾਹਰ ਮੁਖ ਦੇਖ ਰਾਸ, ਖਿਨ ਖਿਨ ਪੋਚਾਰ। ਜਿਵੇਂ ਮਾਂ ਆਪਣੇ ਬੱਚੇ ਦੇ ਤਾਈਂ ਪ੍ਰਤਪਾਲਨਾ ਕਰਦੀ ਹੈ, ਉਸ ਨੂੰ ਆਪਣੇ ਘਰ ਦੇ ਕੰਮਾਂ ਵਿੱਚ ਅੰਦਰ ਬਾਹਰ ਤੁਰਦਿਆਂ ਵੀ ਯਾਦ ਰੱਖਦੀ ਹੈ, ਔਰ ਉਸ ਦੇ ਮੁਖ ਵਿੱਚ ਗਰਾਹੀ ਦਿੰਦੀ ਹੈ। ਜਦੋਂ ਭੁੱਖਾ ਹੁੰਦਾ ਹੈ ਬੱਚਾ, ਤਿਉ ਸਤਿਗੁਰ ਗੁਰਸਿੱਖ ਰਾਖਤਾ, ਹਰ ਪ੍ਰੀਤ ਪਿਆਰ। ਮਹਾਰਾਜ ਕਹਿੰਦੇ ਗੁਰਸਿੱਖਾਂ ਦੀ ਵੀ ਪਰਮਾਤਮਾ ਇਸੇ ਤਰ੍ਹਾਂ ਹੀ ਰੱਖਿਆ ਕਰਦਾ ਹੈ। ਉਹਨਾਂ ਦੇ ਅੰਦਰ ਪਰਮਾਤਮਾ ਦਾ ਪ੍ਰੇਮ ਦੇ ਕਰਕੇ ਉਹਨਾਂ ਦੇ ਅੰਦਰ ਪ੍ਰਤਪਾਲਨਾ ਕਰਦਾ ਹੈ। ਜੈਸੇ ਕਾਤੀ ਤੀਸ ਬਤੀਸ ਹੈ, ਵਿੱਚ ਰਾਖੈ ਰਸਨਾ ਮਾਸ ਰੱਥ ਕੇਰੀ। ਜਿਵੇਂ ਸਾਧ ਸੰਗਤ ਸਾਡੇ ਮੂੰਹ ਦੇ ਵਿੱਚ 32 ਦੰਦ ਹਨ,
ਔਰ ਇਹ 32 ਦੰਦਾਂ ਦੀ ਇੱਕ ਕੈਂਚੀ ਹੀ ਬਣੀ ਹੋਈ ਹੈ ਨਾ, ਕਿ ਜੋ ਵੀ ਅਸੀਂ ਖਾਂਦੇ ਹਾਂ ਉਸ ਨੂੰ ਚਬਾ ਲਈਦਾ ਹੈ। ਤੇ ਇਸ ਕੈਂਚੀ ਦੇ ਵਿੱਚ ਇੱਕ ਲਹੂ ਮਾਸ ਦੀ ਬਣੀ ਹੋਈ ਜੀਭ ਹੈ, ਰਸਨਾ ਹੈ। ਪਰ ਮਹਾਰਾਜ ਕਹਿੰਦੇ ਉਸ ਰਸਨਾ ਦੇ ਤਾਈਂ ਵੀ ਅੰਦਰ ਪਰਮਾਤਮਾ ਹੀ ਰੱਖਣ ਵਾਲਾ ਹੈ। ਮਾਸ ਕਾਤੀ ਕਹਿ ਕਿਛ ਹਾਥ ਨਹੀਂ, ਸਭ ਵਸਗਤ ਹੈ ਹਰ ਘੇਰੀ। ਇਸ ਮਾਸ ਕਾਤੀ ਦੇ ਹੱਥ ਕੁਝ ਵੀ ਨਹੀਂ, ਨਾ ਹੀ ਰਸਨਾ ਇਹ ਜੀਭ ਦੰਦਾਂ ਤੋਂ ਬਚ ਕੇ ਰਹਿ ਸਕਦੀ ਹੈ, ਤੇ ਨਾ ਹੀ ਦੰਦ ਇਸ ਜੀਭ ਨੂੰ ਬਚਾ ਸਕਦੇ ਨੇ। ਸਾਰਾ ਕੁਝ ਹਰੀ ਪਰਮਾਤਮਾ ਦੇ ਵਸ ਵਿੱਚ ਹੈ। ਇਸ ਲਈ ਮਹਾਰਾਜ ਕਹਿੰਦੇ ਤਿਉ ਸੰਤ ਜਨਾਂ ਕੀ ਹਰ ਨਿੰਦਾ ਕਰੇ, ਹਰ ਰਾਖੈ ਪੈਜ ਜਨ ਕੀਰੀ। ਸੰਸਾਰ ਵਿੱਚ ਜਿਹੜੇ ਪਰਮਾਤਮਾ ਦੇ ਪਿਆਰੇ ਹੁੰਦੇ ਨੇ ਭਗਤ, ਵਾਹਿਗੁਰੂ ਦੀ ਰਜ਼ਾ ਵਿੱਚ ਰਹਿਣ ਵਾਲੇ, ਵਡਿਆਈ ਕਰਨ ਵਾਲੇ, ਉਹਨਾਂ ਦੀ ਮਨੁੱਖ ਨਿੰਦਿਆ ਕਰਦਾ ਹੈ, ਉਹਨਾਂ ਨੂੰ ਮਾੜਾ ਕਹਿੰਦਾ ਹੈ, ਦੁੱਖ ਦੇਣਾ ਚਾਹੁੰਦਾ ਹੈ। ਪਰ ਹਰੀ ਪਰਮਾਤਮਾ ਪਰਮੇਸ਼ਰ ਆਪ ਹੀ ਉਹਨਾਂ ਦੀ ਪ੍ਰਤਿਪਾਲਨਾ ਕਰਦਾ। ਜਿਹੜੇ ਹੁਕਮ ਮੰਨਦੇ ਨੇ ਨਾ, ਉਹਨਾਂ ਦੀ ਆਪ ਹੀ ਪ੍ਰਤਿਪਾਲਨਾ ਕਰਦਾ ਹੈ, ਰੱਖਿਆ ਵੀ ਕਰਦਾ ਹੈ। ਉਸ ਵਾਹਿਗੁਰੂ ਦੀ ਜਿਹੜੀ ਮਹਿਮਾ ਹੈ, ਕੁਝ ਕਹੀ ਨਹੀਂ ਜਾ ਸਕਦੀ। ਕਿੰਨੀ ਕੁ ਵਰਣਨ ਕਰੀਏ। ਸਤਿਗੁਰੂ ਮਹਾਰਾਜ ਕਹਿੰਦੇ ਉਹ ਤਾਂ ਭਾਈ ਬੇਅੰਤ ਹੈ, ਉਹ ਪਾਰਾਵਾਰ ਤੋਂ ਰਹਿਤ ਹੈ। ਉਹ ਪਰਮੇਸ਼ਰ ਸਮਰੱਥ ਹੈ ਸਰਬ ਕਲਾ, ਉਸ ਦੇ ਤਾਈਂ ਜਪਣਾ ਹੀ, ਉਹਦੀ ਵਡਿਆਈ ਕਰਨੀ ਹੀ ਭਾਉਂਦੀ ਹੈ ਭਗਤਾਂ ਦੇ ਤਾਈਂ। ਤੇ ਇਸ ਲਈ ਤੁਸੀਂ ਵੀ ਜਿਵੇਂ ਉਹ ਰੱਖਦਾ ਹੈ, ਉਸ ਦੀ ਰਜ਼ਾ ਅੰਦਰ ਰਹਿਣਾ ਕਰੋ। ਵਿਸਰਾਮ ਦੇ ਕੇ ਫਰਮਾਉਂਦੇ ਨੇ ਭਗਤ ਜੀ, ਕਦੇ ਤਾਂ ਐਸਾ ਸਮਾਂ ਹੁੰਦਾ ਹੈ ਕਿ ਜੀਵ ਦੇ ਕੋਲ ਤੁਰਕਾਨ ਦੇਸ਼ ਦੇ ਕੀਮਤੀ ਘੋੜੇ ਹੁੰਦੇ ਨੇ, ਸਭ ਤੋਂ ਬਲ ਵਾਲੇ ਵਧੀਆ ਘੋੜੇ ਮੰਨੇ ਜਾਂਦੇ ਨੇ। ਤੁਰੇ ਕਹਿੰਦੇ ਨੇ ਘੋੜਿਆਂ ਦੇ ਤਾਈਂ, ਤੁਰੇ ਤੇਜ ਤੁਰੰਗ ਜਿਹੜੇ ਘੋੜੇ ਹਨ, ਉਹਨਾਂ ਦੇ ਤਾਈਂ ਨਚਾਉਣਾ ਕਰਦਾ ਹੈ ਜੀਵ। ਕਦੇ ਐਸਾ ਸਮਾਂ ਬਣ ਜਾਵੇ, ਪਰ ਕਦੇ ਪੈਰ ਵਿੱਚ ਪਾਉਣ ਵਾਸਤੇ ਜੁੱਤੀ ਵੀ ਨਹੀਂ ਮਿਲਦੀ। ਇੰਨੀ ਗਰੀਬੀ ਕੰਗਾਲਤਾ ਆ ਜਾਂਦੀ ਹੈ, ਇੱਕ ਜੁੱਤੀ ਵਾਸਤੇ ਤੜਫਦਾ ਰਹਿੰਦਾ ਹੈ। ਉਸ ਸਮੇਂ ਮਨ ਦੇ ਵਿੱਚ ਗੈਲਾਨੀ ਕਰਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਭਾਈ ਇਹ ਕਰਮਾਂ ਅਨੁਸਾਰ ਹੀ ਹੈ ਨਾ। ਕਬਹੂ ਨਿਰਤ ਕਰੇ ਬਹੁ ਭਾਤ, ਕਬਹੂ ਸੋਏ ਰਹਿ ਦਿਨ ਰਾਤ, ਕਬਹੂ ਮਹਾ ਕ੍ਰੋਧ ਵਿਕਰਾਲ, ਕਬਹੂ ਸਰਬ ਕੀ ਹੋ ਤਰਵਾਲ। ਕਦੇ ਤਾਂ ਨਿਰਤਕਾਰੀ ਕਰਦਾ ਹੈ, ਬਹੁਤਾ ਸੰਸਾਰ ਵਿੱਚ ਭੱਜਦਾ ਦੌੜਦਾ ਰਹਿੰਦਾ ਵੀ ਮੇਰਾ ਆ ਵੀ ਰੁਕ ਗਿਆ, ਆ ਵੀ ਕਿਤੇ ਮੇਰਾ ਕੰਮ ਅਧੂਰਾ ਨਾ ਰਹਿ ਜੇ। ਅਸੀਂ ਦਿਨ ਦੇ ਸਮੇਂ ਦੇਖਦੇ ਹਾਂ ਮਨੁੱਖ ਕਿੰਨਾ ਦੌੜਦਾ ਹੈ, ਕਿੰਨਾ ਕਾਹਲਾਪਨ ਕਰਦਾ ਹੈ। ਸਤ ਸੰਗਤ ਵਿੱਚ 10 ਮਿੰਟ ਬੈਠਣ ਲਈ ਕਹਿ ਦਈਏ ਤਾਂ ਇਸ ਕੋਲ ਬੈਠਿਆ ਨਹੀਂ ਜਾਂਦਾ, ਤੇ ਜਿਹੜੀ ਸਾਰੀ ਰਾਤ ਹੈ ਉਹ ਸੌਂ ਕੇ ਹੀ ਗਵਾ ਦਿੰਦਾ ਹੈ। ਦਿਨ ਦੇ ਸਮੇਂ ਵਿਵਹਾਰਾਂ ਵਿੱਚ ਜੀਵਨ ਬਤੀਤ ਕਰਦਾ ਹੈ, ਰਾਤ ਦੇ ਸਮੇਂ ਸੁੱਤਾ ਹੀ ਰਹਿੰਦਾ ਹੈ, ਉਦੋਂ ਚਿੰਤਾ ਹੀ ਨਹੀਂ ਕਰਦਾ ਕੋਈ। ਕਬਹੂ ਸੋਏ ਰਹਿ ਦਿਨ ਰਾਤ, ਕਬਹੂ ਮਹਾ ਕ੍ਰੋਧ ਵਿਕਰਾਲ, ਕ੍ਰੋਧੀ ਬਣ ਜਾਂਦਾ ਹੈ। ਕਬਹੂ ਸਰਬ ਕੀ ਹੋ ਤਰਵਾਲ, ਕਦੇ ਸਾਰਿਆਂ ਦੇ ਚਰਨਾਂ ਦੀ ਧੂੜੀ ਬਣ ਜਾਂਦਾ ਵੀ ਮੈਂ ਨਿਮਾਣਾ ਹਾਂ, ਗਰੀਬੀ ਧਾਰਨ ਕਰ ਲੈਂਦਾ ਹੈ। ਇਸ ਤਰ੍ਹਾਂ ਕਬਹੂ ਹੋਏ ਬਹਿ ਬਾਟ ਰਾਜਾ,
ਕਦੇ ਵੱਡਾ ਰਾਜਾ ਬਣ ਕੇ ਬੈਠ ਜਾਂਦਾ ਹੈ ਕਿ ਮੇਰੇ ਵਰਗਾ ਕੋਈ ਵੀ ਨਹੀਂ। ਕਬਹੁ ਭਿਖਾਰੀ ਨੀਚ ਕਾ ਸਾਜਾ, ਕਦੇ ਭਿਖਾਰੀ ਬਣ ਜਾਂਦਾ ਹੈ, ਨੀਚ ਬਣ ਜਾਂਦਾ ਹੈ, ਜੀਵਨ ਨੀਵਾਂ ਹੋ ਜਾਂਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਜਿਉ ਪ੍ਰਭ ਰਾਖੈ ਤਿਵ ਹੀ ਰਹੈ। ਜਿਵੇਂ ਪਰਮਾਤਮਾ ਇਸ ਜੀਵ ਦੇ ਤਾਈਂ ਰੱਖਣਾ ਚਾਹੁੰਦਾ ਹੈ, ਉਸ ਤਰ੍ਹਾਂ ਹੀ ਇਹ ਰਹਿੰਦਾ ਹੈ। ਜਿਵੇਂ ਉਸ ਦਾ ਹੁਕਮ ਹੈ ਨਾ, ਉਹ ਇਸ ਨੂੰ ਆਪਣੇ ਹੁਕਮ ਦੇ ਅੰਦਰ ਤੋਰਦਾ ਹੈ ਔਰ ਜੀਵਨ ਦਿੰਦਾ ਹੈ। ਜਿਉ ਰਾਮ ਰਾਖੈ ਤਿਉ ਰਹੀਐ ਰੇ ਭਾਈ। ਉਸ ਤਰ੍ਹਾਂ ਹੀ ਰਹਿਣਾ ਚਾਹੀਦਾ ਹੈ। ਗੁਰ ਪ੍ਰਸਾਦ ਨਾਨਕ ਸੱਚ ਕਹੈ। ਮਹਾਰਾਜ ਕਹਿੰਦੇ ਅਸੀਂ ਸੱਚ ਹੀ ਕਹਿੰਦੇ ਹਾਂ। ਕਦੇ ਤਾਂ ਇਹ ਜੀਵ ਆਪਣੇ ਕਰਮਾਂ ਅਨੁਸਾਰ, ਭਗਤ ਜੀ ਕਹਿੰਦੇ ਘੋੜਿਆਂ ਤੋਂ ਵੀ ਹੇਠਾਂ ਨਹੀਂ ਉਤਰਦਾ, ਤੇਜ਼ ਘੋੜੇ ਦੜਾਉਂਦਾ ਹੈ, ਕੀਮਤੀ ਘੋੜੇ ਲੈ ਕੇ ਆਉਂਦਾ ਹੈ, ਅਸਵਾਰੀਆਂ ਲੈ ਕੇ ਆਉਂਦਾ ਹੈ। ਕਦੇ ਜਿਹੜੀ ਪੈਰ ਜੁੱਤੀ ਪਾਈ ਦੀ ਹੈ ਉਹ ਵੀ ਨਹੀਂ ਪ੍ਰਾਪਤ ਹੁੰਦੀ। ਕਦੇ ਤਾਂ ਖਾਟ ਸਫੇਦੀ ਸੁਆਵੈ। ਸਫੇਦੀ ਸਫੈਦ ਰੰਗ ਦੀਆਂ ਪਲੰਘਾਂ ਦੇ ਉੱਪਰ ਵਿਛਾਉਣੇ ਵਿਛਾ ਕਰਕੇ, ਸੇਜਾ ਵਿਛਾ ਕਰਕੇ ਸੌਂਦਾ ਹੈ। ਬੜੇ ਆਰਾਮ ਦੇ ਨਾਲ ਨੀਂਦ ਵਿੱਚ ਲੀਨ ਹੋ ਜਾਂਦਾ ਹੈ। ਬੜਾ ਸੁੱਖ ਲੈਂਦਾ ਹੈ ਵਿਛਾਈਆਂ ਨੂੰ ਵਿਛਾ ਕਰਕੇ। ਪਰ ਕਦੇ ਐਸਾ ਸਮਾਂ ਬਣ ਜਾਂਦਾ ਹੈ ਕਿ ਧਰਤੀ ਉੱਪਰ ਪਰਾਲੀ ਵਿਛਾਉਣ ਵਾਸਤੇ ਵੀ ਨਹੀਂ ਮਿਲਦੀ। ਇੰਨੀ ਗਰੀਬੀ, ਇੰਨਾ ਨੀਵਾਂ ਹੋ ਜਾਂਦਾ ਹੈ, ਕੰਗਾਲਤਾ ਆ ਜਾਂਦੀ ਹੈ ਕਿ ਧਰਤੀ 'ਤੇ ਸਾਧ ਸੰਗਤ ਪਰਾਲੀ ਵੀ ਵਿਛਾ ਕਰਕੇ ਪੈਣ ਵਾਸਤੇ ਨਹੀਂ ਮਿਲਦੀ। ਭਗਤ ਨਾਮਦੇਵ ਜੀ ਕਹਿੰਦੇ ਅਸੀਂ ਬੇਨਤੀ ਪੂਰਵਕ ਕਹਿੰਦੇ ਹਾਂ ਭਾਈ, ਇੱਕ ਵਾਹਿਗੁਰੂ ਪਰਮਾਤਮਾ ਦਾ ਨਾਮ ਹੀ ਜੀਵ ਦੀ ਪ੍ਰਤਪਾਲਨਾ ਕਰਨ ਵਾਲਾ ਹੈ। ਇਸ ਸੰਸਾਰ ਤੋਂ ਅੱਗੇ ਪਾਰ ਉਤਾਰਨ ਵਾਲਾ ਹੈ। ਜੇ ਨਾਮ ਨੂੰ ਜਪੋਗੇ ਸੁਖੀ ਹੋ ਜਾਵੋਗੇ। ਜਿਨ੍ਹਾਂ ਨੇ ਨਾਮ ਨਾਲ ਪ੍ਰੇਮ ਪਾਇਆ ਉਹ ਸੁਖੀ ਹੋ ਗਏ। ਪਰ ਜਿਸ ਦੇ ਤਾਈਂ ਗੁਰੂ ਸਾਹਿਬ ਪ੍ਰਾਪਤ ਹੋ ਜਾਂਦੇ ਨੇ, ਉਸ ਨੂੰ ਨਾਮ ਦੀ ਦਾਤ ਮਿਲ ਜਾਂਦੀ ਹੈ। ਉਸ ਨੂੰ ਇਹ ਗਿਆਨ ਹੋ ਜਾਂਦਾ ਹੈ ਕਿ ਸੰਸਾਰ ਦੇ ਵਿੱਚ ਜਿਹੜੇ ਇਹ ਸੁੱਖ ਨੇ, ਇਹ ਕੇਵਲ ਸਰੀਰ ਮਾਤਰ ਹਨ। ਸਾਧ ਸੰਗਤ, ਜੀਵ ਆਤਮਾ ਦਾ ਇਹਨਾਂ ਦੇ ਨਾਲ ਕੋਈ ਲੈਣ ਦੇਣ ਨਹੀਂ ਹੈ। ਜਿੱਥੇ ਮਹਾਰਾਜ ਕਹਿੰਦੇ ਜਿਹੜੀ ਹਉਮੈ ਹੈ ਨਾ, ਉਸ ਨੇ ਜੀਵ ਨੂੰ ਪਰਮਾਤਮਾ ਤੋਂ ਵਿਛੋੜਿਆ ਹੋਇਆ ਹੈ। ਹਉਮੈ ਕਰਕੇ ਜੀਵ ਆਪਣੀ ਹੋਂਦ ਕਾਇਮ ਰੱਖਦਾ ਹੈ, ਆਪਣੇ ਵਜੂਦ ਵਿੱਚ ਰਹਿੰਦਾ ਹੈ। ਹਉਮੈ ਦੇ ਵਿੱਚ ਇਸ ਨੂੰ ਜਿਹੜਾ ਬ੍ਰਹਮ ਗਿਆਨ ਹੈ ਉਹ ਭੁੱਲਿਆ ਹੋਇਆ ਹੈ ਤਾਂ ਇਹ ਪਰਮਾਤਮਾ ਦੀ ਅੰਸ਼। ਇਹਨੂੰ ਆਪਣੇ ਸਰੂਪ ਦਾ ਗਿਆਨ ਹਉਮੈ ਕਰਕੇ ਭੁੱਲਿਆ ਹੈ ਔਰ ਇਸ ਨੇ ਜੀਵ ਦ੍ਰਿਸ਼ਟੀ ਕਰਕੇ ਆਪਣਾ ਛੋਟਾ ਜਿਹਾ ਸੰਸਾਰ ਰਚਿਆ ਹੋਇਆ ਹੈ ਕਿ ਮੇਰਾ ਇਸ ਘਰ ਵਿੱਚ ਜਨਮ ਹੋਇਆ ਹੈ, ਇਹ ਮੇਰਾ ਪਰਿਵਾਰ ਹੈ ਤੇ ਇਹਨਾਂ ਦੇ ਸੁੱਖਾਂ ਵਾਸਤੇ ਮੈਂ ਯਤਨ ਕਰਨਾ ਤੇ ਉਹ ਉਸ ਜੀਵ ਦ੍ਰਿਸ਼ਟੀ ਕਰਕੇ ਜਿੰਨਾ ਕੁ ਇਹਦਾ ਪਸਾਰਾ ਹੁੰਦਾ ਹੈ, ਜਿੱਥੋਂ ਤੱਕ ਇਹਦੇ ਸੰਬੰਧ ਹੁੰਦੇ ਨੇ, ਸੁੱਖ ਆਏ ਤੋਂ ਸੁਖੀ ਹੁੰਦਾ ਹੈ, ਦੁੱਖ ਆਏ ਤੋਂ ਦੁਖੀ ਹੁੰਦਾ ਹੈ। ਪਰ ਗੁਰੂ ਪਾਤਸ਼ਾਹ ਕਹਿੰਦੇ ਜਦੋਂ ਤੂੰ ਇਸ ਜੀਵ ਦ੍ਰਿਸ਼ਟੀ ਵਿੱਚੋਂ ਬਾਹਰ ਨਿਕਲੇਗਾ, ਇਹ ਜਾਣ ਲਏਗਾ ਕਿ
ਸਰੀਰ ਸਦਾ ਨਹੀਂ ਰਹਿੰਦਾ। ਜਿਹੜੀ ਆਤਮਾ ਹੈ ਉਹ ਸਦਾ ਰਹਿਣ ਵਾਲੀ। ਆਤਮਾ ਪਰਮਾਤਮਾ ਦੀ ਅੰਸ਼ ਹੈ ਔਰ ਉਸ ਪਰਮਾਤਮਾ ਦੇ ਚਿੰਤਨ ਵਿੱਚ ਜੁੜ ਜਾਵੇਗਾ। ਤਦੋਂ ਜਿਹੜੀ ਬ੍ਰਹਮ ਦ੍ਰਿਸ਼ਟੀ ਹੈ ਉਹ ਪ੍ਰਾਪਤ ਹੋ ਜਾਂਦੀ ਹੈ। ਜਿਹੜੀ ਸੁਰਤ ਹੈ ਉਹ ਨਾਮ ਵਿੱਚ ਜੁੜ ਜਾਂਦੀ ਹੈ, ਸੰਸਾਰ ਵੱਲੋਂ ਉਪਰਾਮ ਹੋ ਜਾਂਦੀ ਹੈ। ਜਿਸ ਨੇ ਇਹ ਜਾਣਿਆ ਹੈ ਕਿ ਪਰਮਾਤਮਾ ਮੇਰੇ ਦਿੱਤੇ ਜੋ ਕੀਤੇ ਮੈਂ ਕਰਮ ਹਨ ਪਿਛਲੇ ਜਨਮਾਂ ਵਿੱਚ, ਉਹਨਾਂ ਅਨੁਸਾਰ ਮੈਨੂੰ ਫਲ ਦੇ ਰਿਹਾ ਹੈ। ਜਿੱਥੇ ਜੀਵ ਪੁੰਨ ਕਰਦਾ ਹੈ ਉੱਥੇ ਸੁਖੀ ਹੋ ਜਾਂਦਾ ਹੈ, ਜਿੱਥੇ ਪਾਪ ਕਰਦਾ ਹੈ ਉੱਥੇ ਦੁਖੀ ਹੋ ਜਾਂਦਾ ਹੈ। ਸੁੱਖ ਤੇ ਦੁੱਖ ਸਰੀਰ ਦੇ ਧਰਮ ਹਨ ਤੇ ਪੁੰਨ ਤੇ ਪਾਪ ਸਰੀਰਾਂ ਵਿੱਚ ਲਿਜਾਂਦੇ ਹਨ। ਇਸ ਲਈ ਜਿਹੜੇ ਗੁਰਮੁਖ ਹਨ ਉਹ ਪੁੰਨ ਵੀ ਨਹੀਂ ਕਰਦੇ ਤੇ ਨਾ ਹੀ ਪਾਪ ਕਰਦੇ ਨੇ। ਪਾਪ ਤਾਂ ਉਹਨਾਂ ਨੇ ਕਰਨੇ ਹੀ ਕੀ ਹਨ ਸਾਧ ਸੰਗਤ। ਜਿਹੜੇ ਪੁੰਨ ਕਰਨੇ ਨੇ ਨਾ ਸੁੱਖਾਂ ਦੀ ਇੱਛਾ ਵਾਸਤੇ, ਉਹ ਵੀ ਉਹਨਾਂ ਨੇ ਤਿਆਗ ਦਿੱਤੇ ਨੇ। ਪੁੰਨ ਦਾ ਮਤਲਬ ਹੁੰਦਾ ਹੈ ਕਿ ਇੱਕ ਲੋੜ ਰੱਖਣੀ, ਮੈਨੂੰ ਇਹ ਸੁੱਖ ਮਿਲ ਜੇ, ਇਹ ਇੱਛਾ ਪੂਰੀ ਹੋ ਜਾਵੇ ਤੇ ਮੈਂ ਇੰਨਾ ਦਾਨ ਕਰਾਂਗਾ, ਇੰਨੇ ਭਲੇ ਕਰਮ ਕਰਾਂਗਾ। ਭਲੇ ਕਰਮ ਤਾਂ ਉਹਦਾ ਸੁਭਾਅ ਹੀ ਬਣ ਜਾਂਦਾ ਹੈ। ਪਰ ਉਪਕਾਰ ਕਰਨਾ ਗੁਰਮੁਖਾਂ ਦਾ ਸੁਭਾਅ ਹੁੰਦਾ ਹੈ, ਪਰ ਉਹਨਾਂ ਦੇ ਅੰਦਰ ਇੱਛਾ ਨਹੀਂ ਹੁੰਦੀ ਕਿ ਇਹਨਾਂ ਕਰਮਾਂ ਦੇ ਬਦਲੇ ਸਾਨੂੰ ਕੋਈ ਸੁੱਖ ਪ੍ਰਾਪਤ ਹੋਵੇ, ਸਾਡੀ ਕੋਈ ਇੱਛਾ ਪੂਰੀ ਹੋਵੇ। ਸੋ ਜਿਹੜੇ ਗੁਰਮੁਖ ਨੇ ਉਹ ਨਾਮ ਨਾਲ ਜੁੜਦੇ ਨੇ ਔਰ ਇਹ ਨਾਮ ਗੁਰੂ ਸਾਹਿਬਾਂ ਤੋਂ ਪ੍ਰਾਪਤ ਹੁੰਦਾ ਹੈ। ਨਾਮ ਕਰਕੇ ਮਹਾਰਾਜ ਕਹਿੰਦੇ ਭਾਈ ਪਾਰ ਉਤਾਰਾ ਹੋ ਜਾਂਦਾ ਹੈ। ਇਹ ਗੱਲ ਜਾਣਨੀ ਹੈ ਨਾ, ਜੋ ਕਰਦਾ ਹੈ ਪਰਮਾਤਮਾ ਕਰਨ ਵਾਲਾ ਹੈ। ਜਿੱਥੇ ਮਹਾਰਾਜ ਕਹਿੰਦੇ ਜੋ ਪਰਮਾਤਮਾ ਨੇ ਸਾਰਾ ਸੰਸਾਰ ਹੀ ਆਪਣੇ ਹੱਥ ਵਿੱਚ ਰੱਖਿਆ ਹੋਇਆ ਹੈ। ਜਰਾ ਮਰਾ ਤਾਪ ਸਿਰਤ ਤਾਪ ਸਾਪ ਸਭ ਹਰਿ ਕੈ ਵਸ ਹੈ। ਕੋਈ ਲਾਗ ਨਾ ਸਕੈ ਬਿਨ ਹਰਿ ਕਾ ਲਾਇਆ। ਜਰਾ ਨਾਮ ਹੈ ਬੁਢੇਪੇ ਦਾ ਦੁੱਖ, ਜਰਾ ਨਾਮ ਹੈ ਜੜਤਾ ਦਾ, ਮਰਾ ਨਾਮ ਹੈ ਮੌਤ ਦਾ, ਤਾਪ ਨਾਮ ਹੈ ਤਿੰਨ ਤਾਪਾਂ ਦਾ, ਦੁੱਖਾਂ ਦਾ, ਜਿਹੜੇ ਆਦਿ ਵਿਆਧੀ ਉਪਾਧੀ ਮੰਨੇ ਨੇ। ਸਿਰਤ ਸਾਪ ਤੇ ਜਿਹੜਾ ਸੱਪ ਡੰਗ ਜਾਣਾ। ਇਹ ਸਤਿਗੁਰੂ ਮਹਾਰਾਜ ਕਹਿੰਦੇ ਜਰਾ ਮਰਾ ਤਾਪ ਸਿਰਤ ਸਾਪ ਸਭ ਹਰਿ ਕੈ ਵਸ ਹੈ। ਇਹ ਭਾਈ ਸਭ ਕੁਝ ਹਰੀ ਪਰਮਾਤਮਾ ਦੇ ਵਸ ਹੈ। ਕੋਈ ਲਾਗ ਨਾ ਸਕੈ ਬਿਨ ਹਰਿ ਕਾ ਲਾਇਆ, ਤੇ ਬਿਨਾਂ ਪਰਮਾਤਮਾ ਤੋਂ ਕੋਈ ਲਾ ਨਹੀਂ ਸਕਦਾ। ਹੁਣ ਇੱਥੇ ਅਸੀਂ ਪਰਮਾਤਮਾ ਨੂੰ ਦੋਸ਼ ਦੇਵਾਂਗੇ? ਨਹੀਂ। ਸਤਿਗੁਰੂ ਮਹਾਰਾਜ ਕਹਿੰਦੇ ਇਹ ਜੀਵ ਉਹ ਕਰਮ ਕਰਦਾ ਹੈ ਜਿਹੜੇ ਇਸ ਨੇ ਪਿਛਲੇ ਜਨਮਾਂ ਵਿੱਚ ਕੀਤੇ ਹੁੰਦੇ। ਜੇ ਪਿਛਲੇ ਜਨਮਾਂ ਵਿੱਚ ਪਰਮਾਤਮਾ ਤੋਂ ਭੁੱਲ ਕੇ ਜੀਵਨ ਬਤੀਤ ਕੀਤਾ ਹੈ, ਪਾਪ ਕੀਤੇ ਨੇ, ਤਾਂ ਉਹਨਾਂ ਦੇ ਫਲ ਕਰਕੇ ਜੀਵ ਨੂੰ ਸੰਸਾਰ ਅੰਦਰ ਦੁੱਖ ਪ੍ਰਾਪਤ ਹੁੰਦਾ ਹੈ। ਉਹਨਾਂ ਕਰਮਾਂ ਦੇ ਫਲ ਕਰਕੇ ਅੱਗੇ ਹੋਰ ਐਸੇ ਪਾਪ ਵੀ ਬੀਜ ਲੈਂਦਾ ਹੈ, ਕਿਉਂਕਿ ਬੁੱਧੀ ਦੇ ਵਿੱਚ ਉਹ ਪਾਪ ਹੁੰਦੇ ਨੇ ਔਰ ਉਹਨਾਂ ਪਾਪਾਂ ਦੇ ਪ੍ਰਭਾਵ ਹੇਠਾਂ ਆ ਕਰਕੇ ਹੋਰ ਨਵੇਂ ਪਾਪ ਕਰਦਾ ਹੈ, ਹੋਰ ਕੋ ਕਰਮ ਕਮਾ ਲੈਂਦਾ ਹੈ। ਜੈਸਾ ਅਸੀਂ ਆਮ ਹੀ ਸੁਣਿਆ ਹੋਵੇਗਾ ਕਿ ਜਿਹੜੇ ਜੀਵ ਹੱਕ ਸੱਚ ਦੀ ਕਮਾਈ ਨਹੀਂ ਕਰਦੇ, ਉਹਨਾਂ ਦੇ ਪਰਿਵਾਰ ਵਿੱਚ ਸੁਤੇ ਹੀ ਐਸੇ ਪ੍ਰਾਣੀ ਪੈਦਾ ਹੋ ਜਾਂਦੇ ਨੇ ਜਿਹੜੇ
ਪਾਪ ਹੀ ਕਮਾਉਂਦੇ ਨੇ। ਜਿਨ੍ਹਾਂ ਦਾ ਜੀਵਨ ਕੋਈ ਸੱਚ ਧਰਮ ਵਾਲਾ ਨਹੀਂ ਹੁੰਦਾ, ਉੱਥੇ ਪਾਪ ਹੀ ਪੈਦਾ ਹੋ ਜਾਂਦਾ। ਜਿੱਥੇ ਪਾਪ ਹੋਵੇ ਨਾ, ਉੱਥੇ ਅੱਗੇ ਪਾਪ ਹੀ ਪੈਦਾ ਹੁੰਦਾ ਸਾਧ ਸੰਗਤ। ਪਰ ਦੂਜੇ ਪਾਸੇ ਜਿਹੜੇ ਗੁਰਮੁਖ ਨੇ, ਉਹ ਹੱਕ ਸੱਚ ਦੀ ਕਮਾਈ ਕਰਦੇ ਨੇ, ਤੇ ਉਹਨਾਂ ਦੇ ਅੱਗੇ ਜੋ ਪਰਿਵਾਰ ਹੁੰਦਾ ਉਹ ਵੀ ਹੱਕ ਸੱਚ ਨਾਲ ਜੁੜੇ ਹੋਏ ਹੁੰਦੇ ਨੇ। ਗੁਰਮੁਖਾਂ ਦੇ ਜੀਵਨ ਵਿੱਚ ਇਹ ਹੋਇਆ ਕਰਦਾ। ਸਤਿਗੁਰੂ ਮਹਾਰਾਜ ਸਾਨੂੰ ਸਮਝਾਉਂਦੇ ਨੇ, ਭਾਈ ਜੈਸਾ ਜੀਵ ਪਿਛਲੇ ਕਰਮਾਂ ਵਿੱਚ ਬੀਜਦਾ ਸੀ, ਉਹੋ ਜਿਹਾ ਫਲ ਇਸ ਨੂੰ ਇਸ ਜਨਮ ਵਿੱਚ ਪ੍ਰਾਪਤ ਹੋ ਗਿਆ। ਇਸ ਲਈ ਗੁਰੂ ਨਾਲ ਮਿਲੇ, ਸਤਿਗੁਰਾਂ ਤੋਂ ਉਪਦੇਸ਼ ਲੈ ਕਰਕੇ ਕਮਾਈ ਕਰੇ, ਆਪਣੇ ਜੀਵਨ ਨੂੰ ਸਵਾਰੇ, ਪਾਪਾਂ ਪੁੰਨਾਂ ਤੋਂ ਉੱਪਰ ਉੱਠ ਕਰਕੇ ਨਾਮ ਨਾਲ ਜੁੜ ਕੇ ਆਪਣਾ ਜੀਵਨ ਸਫਲ ਕਰੇ। ਇੱਕ ਨਾਮ ਹੀ ਭਗਤ ਜੀ ਕਹਿੰਦੇ ਇਸ ਸੰਸਾਰ ਤੋਂ ਜੀਵ ਤੇ ਤਾਈਂ ਪਾਰ ਕਰਨ ਵਾਲਾ ਹੈ। ਭਾਈ ਜਿਹ ਗੁਰ ਮਿਲੈ ਤਿਹ ਪਾਰ ਉਤਾਰੈ, ਪਰ ਜਿਸ ਨੂੰ ਗੁਰੂ ਮਿਲ ਜਾਂਦਾ ਉਹਨੂੰ ਨਾਮ ਦੀ ਦਾਤ ਸਤਿਗੁਰੂ ਜੀ ਦੇ ਦਿੰਦੇ ਨੇ। ਜਿੱਥੇ ਮਹਾਰਾਜ ਬਚਨ ਕਰਦੇ ਨੇ, ਜਿਹ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ, ਮਨ ਕੀ ਦੁਬਿਧਾ ਬਿਨ ਸਜਾਏ, ਹਰ ਪਰਮ ਪਦ ਲਹੀਐ। ਸਤਿਗੁਰਾਂ ਨਾਲ ਮਿਲ ਕੇ ਹੀ ਜੀਵ ਨੂੰ ਸੋਝੀ ਆਉਂਦੀ ਹੈ, ਇਹਦੇ ਅੰਦਰੋਂ ਦੁਬਿਧਾ ਖਤਮ ਹੋ ਜਾਂਦੀ ਹੈ, ਦੁਵੈਤ ਮਿਟ ਜਾਂਦੀ ਹੈ, ਮਨ ਵਿੱਚ ਆਨੰਦ ਪੈਦਾ ਹੁੰਦਾ ਹੈ, ਔਰ ਹਿਰਦੇ ਦੇ ਵਿੱਚ ਵਾਹਿਗੁਰੂ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਗੁਰੂ ਨਾਲ ਮਿਲ ਕੇ। ਪੂਰੇ ਗੁਰ ਕਾ ਸੁਨ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਦੇਖ, ਸਾਥ ਸਾਥ ਸਿਮਰਹੁ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਮਨ ਦੀਆਂ ਤਮਾਮ ਚਿੰਤਾਵਾਂ ਉਤਰ ਜਾਂਦੀਆਂ ਨੇ ਜਦੋਂ ਪੂਰੇ ਸਤਿਗੁਰਾਂ ਦਾ ਉਪਦੇਸ਼ ਸੁਣ ਕੇ ਜੀਵ ਨਾਮ ਜਪਣਾ ਆਰੰਭ ਕਰ ਦੇਵੇ। ਭਗਤ ਨਾਮਦੇਵ ਇੱਕ ਨਾਮ ਨਿਸਤਾਰ ਹੈ। ਭਗਤ ਨਾਮਦੇਵ ਜੀ ਨਗਾਰੇ ਦੀ ਚੋਟ ਨਾਲ ਇਹ ਬਚਨ ਕਰਦੇ ਨੇ, ਭਾਈ ਇੱਕ ਨਾਮ ਹੀ ਪਾਰ ਉਤਾਰਾ ਕਰਨ ਵਾਲਾ ਹੈ ਇਸ ਸੰਸਾਰ ਤੋਂ, ਪਰ ਜਿਹਨੂੰ ਗੁਰੂ ਮਿਲ ਜਾਵੇ ਉਹਨੂੰ ਨਾਮ ਦੀ ਦਾਤ ਮਿਲ ਜਾਂਦੀ ਹੈ, ਉਹਦਾ ਅੱਗੇ ਪਾਰ ਉਤਾਰਾ ਹੋ ਜਾਂਦਾ ਹੈ। ਸਾਧ ਸੰਗਤ, ਭਗਤ ਨਾਮਦੇਵ ਜੀ ਨਰਸਰੀ ਬਾਹਮਣੀ ਵਿੱਚ ਰਿਹਾ ਕਰਦੇ ਸਨ। ਹਜੂਰ ਸਾਹਿਬ ਤੋਂ ਕਾਫੀ ਦੂਰ ਹੈ, ਪਰ ਉੱਧਰੋਂ ਪੰਜਾਬ ਵੱਲ ਆ ਰਹੇ ਸਨ। ਜਦੋਂ ਭਗਤ ਜੀ ਨੇ ਗੁਰਦਾਸਪੁਰ ਨਗਰ ਹੈ, ਗੁਰਦਾਸਪੁਰ ਦੇ ਇਲਾਕੇ ਦੇ ਵਿੱਚ ਘੁਮਾਣ ਨਗਰ ਹੈ, ਘੁਮਾਣ, ਇੱਥੇ ਆ ਕਰਕੇ ਆਪਣਾ ਸਰੀਰ ਛੱਡਿਆ ਸੀ। ਜਦੋਂ ਪੰਜਾਬ ਵੱਲ ਆ ਰਹੇ ਸਨ ਤੇ ਹਜੂਰ ਸਾਹਿਬ ਤੋਂ 70 ਕਿਲੋਮੀਟਰ ਔਂਡਾ ਪਿੰਡ ਸ਼ਹਿਰ ਹੈ, ਔਂਡਾ, ਇੱਥੇ ਨਾਗ ਨਾਮੇ ਇੱਕ ਮੰਦਿਰ ਹੈ ਸ਼ਿਵ ਜੀ ਦਾ। ਇੱਥੇ ਭਗਤ ਜੀ ਪਹੁੰਚੇ ਤੇ ਸਰੀਰ ਨੂੰ ਥਕਾਵਟ ਹੋਣ ਕਰਕੇ ਉੱਥੇ ਰੁਕ ਗਏ, ਆਰਾਮ ਕੀਤਾ। ਜਿਹੜਾ ਮਨ ਹੈ ਪ੍ਰਭੂ ਚਰਨਾਂ ਵਿੱਚ ਲੀਨ ਹੈ, ਪ੍ਰੇਮ ਵਿੱਚ, ਜਦੋਂ ਭਗਤ ਜੀ ਉੱਠੇ ਤਾਂ ਦੇਖਿਆ ਵੀ ਮੰਦਿਰ ਦੇ ਵਿੱਚ ਆਰਤੀ ਹੋ ਰਹੀ ਹੈ। ਜਿਹੜੇ ਪਾਂਡੇ ਸਨ ਉਹ ਮੰਦਿਰ ਦੇ ਵਿੱਚ ਆਰਤੀ ਕਰ ਰਹੇ ਸਨ। ਭਗਤ ਜੀ ਨੇ ਉੱਠ ਕਰਕੇ ਤੇ ਉੱਥੇ ਚਲੇ ਗਏ। ਕਈ ਵਿਦਵਾਨਾਂ ਨੇ ਤਾਂ ਲਿਖਿਆ ਭਗਤ ਜੀ ਨੇ ਆਪਣੇ ਜੁੱਤੇ ਲਾਹ ਕਰਕੇ ਉਹੀ ਵਜਾਉਣੇ ਸ਼ੁਰੂ ਕਰ ਦਿੱਤੇ, ਪਰ ਗੁਰਬਾਣੀ ਇਸ ਗੱਲ ਦਾ ਨਿਰਣਾ ਕਰਦੀ ਹੈ। ਮਹਾਰਾਜ ਕਹਿੰਦੇ, ਭਗਤ ਕਰਤ ਮੇਰੇ ਤਾਲ ਸ਼ਨਾਏ, ਕਹਿ ਪਹਿ ਕਰੋ ਪੁਕਾਰ। ਤਾਲ ਨਾਮ ਹੁੰਦਾ ਹੈ ਛੈਣਿਆਂ ਦਾ। ਭਗਤ ਜੀ ਦੇ ਕੋਲ ਹੱਥਾਂ ਵਿੱਚ ਛੈਣੇ ਫੜੇ ਹੋਏ ਸਨ ਤੇ ਉਹ ਛੈਣੇ ਉੱਥੇ ਜਾ ਕੇ ਵਜਾਉਣ ਲੱਗ ਪਏ
ਤਾਂ ਉਸ ਸਮੇਂ ਉਹਨਾਂ ਬ੍ਰਾਹਮਣਾਂ ਨੇ ਭਗਤ ਜੀ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਸੀ। ਇੱਥੇ ਉਹ ਸ਼ਬਦ ਭਗਤ ਜੀ ਨੇ ਸਾਧ ਸੰਗਤ 2 ਥਾਵਾਂ ਤੇ ਉਚਾਰਨ ਕੀਤਾ ਹੈ। ਇੱਥੇ ਵੀ ਭਗਤ ਜੀ ਇਹੀ ਬਚਨ ਕਰਦੇ ਨੇ, ਹਸਤ ਖੇਲਤ ਤੇਰੇ ਦੇਹੁਰੇ ਆਇਆ। ਹੇ ਪ੍ਰਭੂ, ਮੈਂ ਤੇਰੀ ਭਗਤੀ ਵਿੱਚ ਮਸਤ ਸੀ, ਪ੍ਰੇਮ ਦੇ ਵਿੱਚ ਹੱਸਦਾ ਹੋਇਆ ਇੱਥੇ ਤੇਰੇ ਦੇਹੁਰੇ ਮੰਦਰ ਦੇ ਵਿੱਚ ਆ ਜਾਣਾ ਕੀਤਾ। ਭਗਤ ਕਰਤ ਨਾਮਾ ਭਗਤ ਉਠਾਇਆ। ਮੈਨੂੰ ਨਾਮਦੇਵ ਨੂੰ ਭਗਤੀ ਕਰਦਿਆਂ ਬ੍ਰਾਹਮਣਾਂ ਨੇ ਪਕੜ ਕਰਕੇ ਉਠਾ ਦਿੱਤਾ ਔਰ ਫਿਰ ਕਈ ਤਰ੍ਹਾਂ ਦੇ ਨਾਲ ਕਹਿੰਦੇ ਮਾਰਨਾ ਵੀ ਕੀਤਾ। ਜਿੱਥੇ ਭਗਤ ਜੀ ਨੇ ਬਚਨ ਕੀਤੇ ਹਨ, ਮੋਕਾ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ ਰਾਮਈਆ। ਆਲਾਵੰਤੀ ਇਹੋ ਜੋ ਭ੍ਰਮ ਹੈ, ਮੁਝ ਉਪਰ ਸਭ ਕੋਪਿਲਾ। ਸੂਦ ਸੂਦ ਕਰ ਮਾਰ ਉਠਾਇਓ, ਕਹਾ ਕਰੋ ਬਾਪ ਬੀਠਲਾ। ਹੇ ਪ੍ਰਭੂ, ਮੈਨੂੰ ਤੂੰ ਨਾ ਭੁਲਾਈ। ਇਹਨਾਂ ਲੋਕਾਂ ਨੇ, ਬ੍ਰਾਹਮਣਾਂ ਨੇ ਤਾਂ ਮੈਨੂੰ ਨੀਵੀਂ ਜਾਤ ਵਾਲਾ ਕਹਿ ਕੇ, ਸੂਦਰ ਕਹਿ ਕੇ ਫੜ ਕਰਕੇ ਉੱਥੋਂ ਉਠਾ ਦਿੱਤਾ ਹੈ ਮੰਦਰ ਦੇ ਵਿੱਚੋਂ। ਇਹ ਜਿਹੜਾ ਲੋਕਾਂ ਦਾ ਭਰਮ ਪਾਇਆ ਹੋਇਆ ਹੈ ਨਾ, ਔਰ ਇਸ ਕਰਕੇ ਮੇਰੇ ਉੱਪਰ ਸਾਰੇ ਗੁੱਸੇ ਹੋ ਗਏ ਨੇ ਕਿ ਇਹ ਨੀਵੀਂ ਜਾਤ ਦਾ ਸਾਡੇ ਵਿੱਚ ਕਿਉਂ ਆ ਕਰਕੇ ਬੈਠ ਗਿਆ ਹੈ। ਇਸ ਤਰ੍ਹਾਂ ਸਾਧ ਸੰਗਤ ਭਗਤ ਜੀ ਕਹਿੰਦੇ, ਮੈਨੂੰ ਉੱਥੇ ਨਾਮਦੇਵ ਤੇ ਤਾਈ ਉਹਨਾਂ ਬ੍ਰਾਹਮਣਾਂ ਨੇ ਪਕੜ ਕਰਕੇ ਉਠਾ ਦਿੱਤਾ। ਹੀਨੜੀ ਜਾਤ ਮੇਰੀ ਜਾਤ ਮਰਾਇਆ। ਹੇ ਪ੍ਰਭੂ, ਮੇਰੀ ਹੀਨੜੀ ਨੀਵੀਂ ਜਾਤ ਹੈ ਨਾ, ਜਾਤ ਮਰਾਇਆ। ਜਾਦਵਾਂ ਦੇ ਕੁੱਲ ਵਿੱਚੋਂ ਰਾਜਾ ਸਰੂਪ ਜਿਸ ਪਰਮਾਤਮਾ ਨੇ ਕ੍ਰਿਸ਼ਨ ਅਵਤਾਰ ਧਾਰਨ ਕੀਤਾ ਔਰ ਬੇਦੀਆਂ ਦੇ ਵਿੱਚ ਜੋ ਪਰਮਾਤਮਾ ਰਾਮਚੰਦਰ ਹੋਏ ਖੱਤਰੀਆਂ ਦੇ ਵਿੱਚ, ਉਹੀ ਪਰਮਾਤਮਾ ਹੈ ਨਾ, ਸਾਰਿਆਂ ਸਮਿਆਂ ਦੇ ਵਿੱਚ ਅਵਤਾਰ ਲੈ ਕਰਕੇ ਆਉਂਦਾ ਹੈ। ਹੇ ਪ੍ਰਭੂ ਪਰਮਾਤਮਾ, ਸਾਰਿਆਂ ਦਾ ਰਾਜਾ ਸਰੂਪ ਮੇਰੀ ਹੀਨੜੀ ਜਾਤ, ਨੀਵੀਂ ਜਾਤ ਹੈ। ਛੀਪੇ ਕੇ ਜਨਮ ਕਾਹੇ ਕੋ ਆਇਆ। ਪਰ ਜੇ ਮੈਨੂੰ ਇਹ ਪਤਾ ਹੀ ਹੁੰਦਾ ਵੀ ਨੀਵੀਂ ਜਾਤ ਕਰਕੇ ਭਗਤੀ ਨਹੀਂ ਕੀਤੀ ਜਾਣੀ, ਨਾਮ ਨਹੀਂ ਜਪਿਆ ਜਾਣਾ, ਫਿਰ ਮੈਂ ਕਿਸ ਵਾਸਤੇ ਨੀਵੀਂ ਜਾਤ ਵਿੱਚ ਆਇਆ। ਹੇ ਪਰਮੇਸ਼ਰ, ਮੈਨੂੰ ਇਹ ਨੀਵੀਂ ਜਾਤ ਵਿੱਚ ਕਿਉਂ ਭੇਜਿਆ ਤੂੰ, ਜੇ ਤੈਨੂੰ ਪਤਾ ਹੀ ਸੀ ਕਿ ਇੱਥੇ ਨੀਵੀਂ ਜਾਤ ਵਾਲਿਆਂ ਨੂੰ ਭਗਤੀ ਨਹੀਂ ਕਰਨ ਦਿੱਤੀ ਜਾਂਦੀ। ਰਹਾਉ ਲੈ ਕਮਲੀ ਚੱਲਿਓ ਲਪਟਾਏ। ਵਿਸਰਾਮ ਦੇ ਕੇ ਭਗਤ ਜੀ ਫਰਮਾਉਂਦੇ, ਉਸ ਸਮੇਂ ਮੈਂ ਆਪਣੀ ਕੰਬਲੀ, ਜਦੋਂ ਪੰਡਤਾਂ ਨੇ ਧੱਕੇ ਮਾਰੇ ਤਾਂ ਹੇਠਾਂ ਡਿੱਗ ਪਈ, ਉਹ ਲੈ ਕਰਕੇ ਚੱਕ ਕੇ ਪਲਟ ਕਰਕੇ ਪਿੱਛੇ ਨੂੰ ਮੁੜ ਜਾਣਾ ਕੀਤਾ। ਉਸ ਕੰਬਲੀ ਨੂੰ ਚੱਕ ਕਰਕੇ ਮੈਂ ਉਸ ਦੀ ਆਪਣੇ ਬੁੱਕਲ ਮਾਰਨਾ ਕੀਤੀ, ਪਲਟਾ ਕਰਕੇ ਪਿੱਛੇ ਤਾਈਂ ਔਰ ਉੱਥੋਂ ਚੱਲ ਪੈਣਾ ਕੀਤਾ। ਬੈਠਾ ਜਾਏ। ਔਰ ਜਿਹੜਾ ਮੰਦਰ ਸੀ ਉਹਦੇ ਪਿੱਛੇ ਜਾ ਕਰਕੇ ਬੈਠ ਜਾਣਾ ਕੀਤਾ। ਮੰਦਰ ਦੇ ਸਾਧ ਸੰਗਤ ਪਿਛਲੇ ਪਾਸੇ ਜਿੱਥੇ ਹੁਣ ਭਗਤ ਨਾਮਦੇਵ ਜੀ ਦੀ ਜਗ੍ਹਾ ਬਣੀ ਹੋਈ ਹੈ, ਉੱਥੇ ਜਾ ਕਰਕੇ ਭਗਤ ਜੀ ਕਹਿੰਦੇ ਅਸੀਂ ਬੈਠ ਗਏ। ਜਿਉ ਜਿਉ ਨਾਮਾ ਹਰ ਗੁਣ ਉਚਰੈ। ਪਰ ਹੁਣ ਜਿਵੇਂ ਜਿਵੇਂ ਨਾਮਦੇਵ ਹਰੀ ਪਰਮਾਤਮਾ ਦੇ ਗੁਣ ਉਚਾਰਨ ਕਰਦਾ ਹੈ, ਨਾਮ ਜਪਦਾ ਹੈ, ਭਗਤ ਜਨਾਂ ਕਉ ਦੇਹੁਰਾ ਫਿਰੈ। ਭਗਤ ਜਨਾਂ ਦੇ ਵਾਸਤੇ ਪਰਮੇਸ਼ਰ ਵਾਹਿਗੁਰੂ ਨੇ ਉਹ ਜਿਹੜਾ ਦੇਹੁਰਾ ਸੀ ਨਾ,
ਫੇਰ ਦਿੱਤਾ ਸਾਧ ਸੰਗਤ ਮੰਦਰ, ਉਸ ਮੰਦਰ ਦਾ ਮੂੰਹ ਘੁਮਾ ਦਿੱਤਾ। ਜਿਹੜੇ ਮੰਦਰ ਹਨ ਇਸਲਾਮ ਸਨਾਤਨ ਧਰਮ ਦੇ ਵਿੱਚ, ਉਹਨਾਂ ਦੇ ਮੂੰਹ ਜਿਹੜੇ ਨੇ ਸਾਧ ਸੰਗਤ ਪੂਰਬ ਵਾਲੇ ਪਾਸੇ ਹੁੰਦੇ ਨੇ, ਚੜ੍ਹਦੇ ਪਾਸੇ। ਪਰ ਜਦੋਂ ਅਸੀਂ ਇਸ ਮੰਦਰ ਦੇ ਦਰਸ਼ਨ ਕਰਨ ਜਾਂਦੇ ਹਾਂ ਨਾ, ਜਿੱਥੇ ਭਗਤ ਨਾਮਦੇਵ ਜੀ ਦਾ ਉਹਨਾਂ ਪੰਡਤਾਂ ਨੇ ਨਿਰਾਦਰ ਕੀਤਾ ਸੀ, ਉਸ ਦਾ ਮੂੰਹ ਘੁੰਮਿਆ ਹੋਇਆ ਹੈ। ਵਾਹਿਗੁਰੂ ਪਰਮੇਸ਼ਰ ਨੇ ਆਪਣਾ ਬਹੁਤ ਵੱਡਾ ਸਰੂਪ ਧਾਰਨ ਕਰਕੇ, ਵੱਡੀਆਂ ਬਾਹਾਂ ਦੇ ਨਾਲ ਵਿਰਾਟ ਸਰੂਪ ਧਾਰਨ ਕੀਤਾ ਤੇ ਉਸ ਮੰਦਰ ਦਾ ਮੂੰਹ ਭਗਤ ਜੀ ਵਾਲੇ ਪਾਸੇ ਘੁਮਾ ਦਿੱਤਾ। ਭਗਤ ਜੀ ਪਿਛਲੇ ਪਾਸੇ ਮੰਦਰ ਦੇ ਜਾ ਕਰਕੇ ਬੈਠ ਗਏ ਸਨ ਤੇ ਉਸ ਸਮੇਂ ਜਦੋਂ ਮੂੰਹ ਘੁਮਾਇਆ ਤੇ ਉਹਦੀ ਇੱਕ ਛੱਤ ਹੇਠਾਂ ਦੱਬ ਗਈ। ਹੁਣ ਵੀ ਜਾ ਕੇ ਦੇਖੀਏ ਨਾ, ਜਿਹੜੀ ਇੱਕ ਛੱਤ ਹੈ ਉਹ ਹੇਠਾਂ ਨੂੰ ਦਬੀ ਹੋਈ ਹੈ, ਹੇਠਲੇ ਪਾਸੇ ਹੈ, ਜਿੱਥੇ ਉਹ ਬੈਠ ਕੇ ਪਾਂਡੇ ਹੁਣ ਵੀ ਆਰਤੀ ਕਰਦੇ ਨੇ। ਤੇ ਸਾਧ ਸੰਗਤ ਪੱਛੋਂ ਵਾਲੇ ਪਾਸੇ ਉਸ ਮੰਦਰ ਦਾ ਮੂੰਹ ਹੈ, ਔਰ ਜਿੱਧਰ ਮੂੰਹ ਹੈ ਤੇ ਉੱਥੇ ਭਗਤ ਜੀ ਦਾ ਛੋਟਾ ਜਿਹਾ ਮੰਦਰ ਬਣਿਆ ਹੋਇਆ। ਇਸ ਤਰ੍ਹਾਂ ਮਹਾਰਾਜ ਕਹਿੰਦੇ, ਵਾਹਿਗੁਰੂ ਪਰਮਾਤਮਾ ਨੇ ਫੇਰ ਦਿਆ ਦੇਹਰਾ ਨਾਮੇ ਕੋ ਪੰਡੀਅਨ ਕੋ ਪਿਛਵਾਰਲਾ। ਭਗਤ ਨਾਮਦੇਵ ਜੀ ਦੇ ਵਾਸਤੇ ਉਸ ਮੰਦਰ ਦਾ ਮੂੰਹ ਹੀ ਘੁਮਾ ਦੇਣਾ ਕੀਤਾ। ਤੇ ਜਿਹੜੇ ਪੰਡਤ ਬ੍ਰਾਹਮਣ ਸਨ, ਉਹਨਾਂ ਵਾਸਤੇ ਸਾਧ ਸੰਗਤ ਇਹ ਬੜੀ ਹੀਣਤਾ ਵਾਲੀ ਗੱਲ ਬਣ ਗਈ। ਤੇ ਇਹ ਸਾਧ ਸੰਗਤ ਜਿਹੜਾ ਮੰਦਰ ਸੀ ਨਾ, ਜਦੋਂ ਔਰੰਗਜ਼ੇਬ ਬਾਦਸ਼ਾਹ ਹੋਇਆ, ਇਸ ਮੰਦਰ ਨੂੰ ਕਰਾਮਾਤੀ ਜਾਣ ਕੇ ਵੀ ਕਰਾਮਾਤੀ ਮੰਦਰ ਹੈ, ਜਿਹਦਾ ਮੂੰਹ ਘੁੰਮਿਆ ਹੋਇਆ ਹੈ। ਇਸ ਨੂੰ ਮਿਟਾਉਣ ਵਾਸਤੇ ਔਰੰਗਜ਼ੇਬ ਨੇ ਇਸ ਦੇ ਆਸੇ-ਪਾਸੇ ਅੱਗ ਬਾਲ ਦਿੱਤੀ ਸੀ। ਅੱਗ ਬਾਲਣ ਕਰਕੇ ਹੁਣ ਸਾਰਾ ਹੀ ਜਿਹੜਾ ਮੰਦਰ ਹੈ ਕਾਲਾ ਹੋਇਆ ਪਿਆ, ਪਰ ਪੱਥਰ ਅੱਗ ਨਾਲ ਥੋੜ੍ਹੀ ਸੜਦੇ ਹੁੰਦੇ ਹਨ। ਤਾਂ ਇਸ ਤਰ੍ਹਾਂ ਭਗਤ ਨਾਮਦੇਵ ਜੀ ਦੀ ਯਾਦ ਵਿੱਚ ਉਹ ਜਿਹੜਾ ਹੁਣ ਵੀ ਔਂਡੇ ਸ਼ਹਿਰ ਦੇ ਵਿੱਚ ਨਾਗਨਾਮੇ ਮੰਦਰ ਬਣਿਆ ਹੋਇਆ, ਉਹਦਾ ਮੂੰਹ ਸਾਧ ਸੰਗਤ ਘੁੰਮਿਆ ਹੋਇਆ ਹੈ। ਭਗਤ ਜੀ ਕਹਿੰਦੇ, ਭਾਈ ਪਰਮਾਤਮਾ ਦੀ ਰਜ਼ਾ ਵਿੱਚ ਰਹਿਣਾ ਚਾਹੀਦਾ ਹੈ। ਜੋ ਉਹ ਕਰਦਾ ਉਸ ਦੇ ਵਿੱਚ ਹੀ ਸੁੱਖ ਮੰਨੀਏ, ਤਦੋਂ ਹੀ ਜੀਵ ਸੁਖੀ ਹੁੰਦਾ ਹੈ। ਜਿੱਥੇ ਭਗਤ ਕਬੀਰ ਜੀ ਨੇ ਬਚਨ ਕੀਤੇ ਨੇ, ਜਿਸ ਸਮੇਂ ਭਗਤ ਕਬੀਰ ਜੀ ਕਾਂਸੀ ਵਿੱਚ ਰਿਹਾ ਕਰਦੇ, ਤਾਂ ਉਸ ਸਮੇਂ ਸਾਧ ਸੰਗਤ ਇੱਕ ਭਗਤ ਜੀ ਦੀ ਛੋਟੀ ਜਿਹੀ ਛੰਨ ਸੀ। ਉਸ ਛੰਨ ਦੇ ਅੱਗੇ ਇੱਕ ਵੇਸਵਾ ਦਾ ਘਰ ਸੀ। ਭਗਤ ਕਬੀਰ ਜੀ ਹਰ ਸਮੇਂ ਮਹਾਂਪੁਰਖ ਆਇਆ ਕਰਦੇ, ਉਹਨਾਂ ਨਾਲ ਮਿਲ ਕੇ ਚਰਚਾ ਕਰਿਆ ਕਰਦੇ, ਭਜਨ ਗਾਇਆ ਕਰਦੇ। ਵੇਸਵਾ ਬਹੁਤ ਦੁਖੀ ਹੋਈ। ਉਸ ਨੇ ਕਹਿੰਦੇ ਕੁਝ ਆਦਮੀਆਂ ਨੂੰ ਕਹਾ ਕਰਕੇ ਭਗਤ ਜੀ ਦੀ ਛੰਨ ਨੂੰ ਅੱਗ ਲਵਾ ਦਿੱਤੀ। ਜਦੋਂ ਅੱਗ ਲੱਗੀ ਤੇ ਉਸ ਸਮੇਂ ਭਗਤ ਜੀ ਅੰਦਰ ਬੈਠੇ ਸਨ। ਇੱਕ ਸੇਵਕ ਨੇ ਜਾ ਕਰਕੇ ਬੇਨਤੀ ਕੀਤੀ, ਮਹਾਰਾਜ ਜਿਹੜਾ ਇੱਥੇ ਹੁਣ ਅੱਗ ਪਹੁੰਚ ਜਾਵੇਗੀ ਤੇ ਤੁਸੀਂ ਅੰਦਰ ਹੀ ਅੰਦਰ ਤੁਹਾਨੂੰ ਨੁਕਸਾਨ ਹੋ ਸਕਦਾ ਹੈ, ਇਸ ਲਈ ਬਾਹਰ ਆ ਜਾਓ। ਭਗਤ ਜੀ ਕਹਿੰਦੇ, ਭਾਈ ਜਾਰੈ ਰਾਮ ਤਾਂ ਰਾਖੈ ਕਵਣਾ। ਜੇ ਪਰਮਾਤਮਾ ਹੀ ਸਾਨੂੰ ਮਾਰਨਾ ਚਾਹੇ ਤਾਂ ਕੌਣ ਰੱਖ ਸਕਦਾ? ਆਪੇ ਪਾਵਕ ਆਪੇ ਬਲਣਾ। ਉਹ ਪਰਮਾਤਮਾ ਆਪ ਹੀ ਅੱਗ ਰੂਪ ਹੈ ਤੇ ਆਪ ਹੀ ਬਾਲਣ ਵਾਲਾ ਹੈ। ਜਿਹੜੇ ਭਗਤ ਨੇ ਉਹਨਾਂ ਦਾ ਇਹ ਅਡੋਲ ਨਿਸ਼ਚਾ ਹੋਇਆ ਕਰਦਾ ਹੈ। ਹਰ ਸਮੇਂ ਪਰਮਾਤਮਾ ਤੇ ਉਹ ਆਪਣਾ ਸਿਦਕ ਕਾਇਮ ਰੱਖਦੇ ਨੇ। ਪਰ ਇਹ ਜਿਹੜਾ ਸਿਦਕ ਹੈ, ਇਹ ਨਿਸ਼ਚਾ ਹੈ, ਗੁਰੂ ਤੋਂ ਪ੍ਰਾਪਤ ਹੁੰਦਾ ਹੈ। ਜਦੋਂ ਸ਼ਬਦ ਦਾ ਅਭਿਆਸ ਕਰਨ ਦੇ ਨਾਲ ਗੁਰਸਿੱਖਾਂ ਦੇ ਮਨ ਵਿੱਚ ਗੁਰੂ ਤੇ ਭਰੋਸਾ ਬਣ ਜਾਂਦਾ ਹੈ, ਔਰ
ਜਿਹੜੇ ਇਹ ਮਾਇਆਵੀ ਸੁੱਖ ਨੇ ਹੈ ਤਾਂ ਛੋਟੇ, ਇਹਨਾਂ ਦਾ ਤਿਆਗ ਹੋ ਜਾਂਦਾ ਹੈ। ਇਸ ਤਰ੍ਹਾਂ ਭਗਤ ਨਾਮਦੇਵ ਜੀ ਨੇ ਸਾਧ ਸੰਗਤ ਉਸ ਸਮੇਂ ਵਾਹਿਗੁਰੂ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਕੀਤੀ, ਮੋਏ ਹੋਏ ਜੋ ਮੁਕਤ ਦੇਹੋਗੇ, ਮੁਕਤ ਨਾ ਜਾਣੈ ਕੋਇ ਲਾ, ਤੂੰ ਜੋ ਕਿਰਪਾਲ ਦਇਆਲ ਕਹੀਅਤ ਹੈ, ਹੇ ਪ੍ਰਭੂ ਉਤਪਜ ਭਇਓ ਉਪਾਰਲਾ। ਜੇ ਤੂੰ ਇਹ ਹੈ ਕਿ ਆਪਣੇ ਭਗਤਾਂ ਨੂੰ ਜਦੋਂ ਕੋਈ ਬੰਦਗੀ ਕਰਕੇ ਸੰਸਾਰ ਤੋਂ ਜਾਂਦਾ ਹੈ ਤਦੋਂ ਹੀ ਮੁਕਤੀ ਦਿੰਦਾ, ਫਿਰ ਹੀ ਉਸ ਨੂੰ ਮੁਕਤ ਕਰਦਾ, ਤਾਂ ਕਿਹਨੂੰ ਪਤਾ ਹੈ ਕਿ ਭਗਤੀ ਕਰਕੇ ਕੋਈ ਮੁਕਤ ਹੋਇਆ ਕਿ ਨਹੀਂ ਹੋਇਆ। ਹੇ ਪ੍ਰਭੂ, ਅਸੀਂ ਤਾਂ ਚਾਹੁੰਦੇ ਹਾਂ ਸਾਨੂੰ ਜਿਉਂਦਿਆਂ ਜੀ ਮੁਕਤੀ ਮਿਲੇ। ਅਸੀਂ ਤੇਰਾ ਨਾਮ ਜਪਦੇ ਹਾਂ ਔਰ ਸਾਨੂੰ ਪ੍ਰਤੱਖ ਵੀ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਕੋਲ ਹੀ ਹੈ ਪਰਮਾਤਮਾ, ਸਾਡੇ ਨਾਲ ਹੀ ਹੈ, ਪ੍ਰਤਪਾਲਣਾ ਕਰ ਰਿਹਾ ਹੈ। ਇਸ ਤਰ੍ਹਾਂ ਉਸ ਸਮੇਂ ਸਾਧ ਸੰਗਤ ਬੇਨਤੀ ਕੀਤੀ, ਤਦੋਂ ਵਾਹਿਗੁਰੂ ਪਰਮਾਤਮਾ ਨੇ ਉਸ ਮੰਦਰ ਦਾ ਮੂੰਹ ਘੁਮਾ ਦੇਣਾ ਕੀਤਾ ਔਰ ਇਸ ਤਰ੍ਹਾਂ ਭਗਤਾਂ ਵਾਸਤੇ ਭਗਤ ਜੀ ਨੇ, ਪਰਮਾਤਮਾ ਨੇ ਆਪਣੇ ਭਗਤ ਦੀ ਰੱਖਿਆ ਕਰਨਾ ਕੀਤੀ। ਭੈਰੋ ਨਾਮਦੇਵ ਜੀਓ ਘਰ ਦੂਜਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਭੈਰੋ ਰਾਗ ਦੇ ਵਿੱਚ ਭਗਤ ਨਾਮਦੇਵ ਜੀ ਦਾ ਇਹ ਸਾਧ ਸੰਗਤ 7ਵਾਂ ਸ਼ਬਦ ਹੈ। ਦੂਜੇ ਸੁਰ ਤਾਲ ਦੇ ਵਿੱਚ ਰਾਗੀ ਸਿੰਘਾਂ ਦੁਆਰਾ ਗਾਇਆ ਜਾਂਦਾ ਹੈ। ਭਗਤ ਜੀ ਇਸ ਸ਼ਬਦ ਦੇ ਆਰੰਭਤਾ ਦੇ ਵਿੱਚ ਵਾਹਿਗੁਰੂ ਦਾ ਮੰਗਲ ਕਰਦੇ ਨੇ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਇੱਕ ਵਾਹਿਗੁਰੂ ਪਰਮੇਸ਼ਰ ਹੈ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤਿਗੁਰਾਂ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ। ਜੈਸੀ ਭੁਖੇ ਪ੍ਰੀਤ ਅਨਾਜ। ਭਗਤ ਜੀ ਕਹਿੰਦੇ ਭਾਈ ਸਾਡੇ ਅੰਦਰ ਤਾਂ ਵਾਹਿਗੁਰੂ ਪਰਮਾਤਮਾ ਦਾ ਐਸਾ ਪ੍ਰੇਮ ਹੈ ਤੇ ਇਹੋ ਜਿਹਾ ਪ੍ਰੇਮ ਸਾਰਿਆਂ ਦੇ ਅੰਦਰ ਹੋਣਾ ਚਾਹੀਦਾ ਹੈ। ਕਿਹੋ ਜਿਹਾ, ਜਿਵੇਂ ਕਿਸੇ ਮਨੁੱਖ ਦੇ ਅੰਦਰ ਭੁੱਖ ਲੱਗ ਜਾਂਦੀ ਹੈ ਤੇ ਉਹਨੂੰ ਅਨਾਜ ਹੀ ਹਰ ਪਾਸੇ ਦਿਸਦਾ ਵੀ ਮੈਨੂੰ ਰੋਟੀ ਮਿਲ ਜੇ, ਪ੍ਰਸ਼ਾਦਾ ਮਿਲ ਜੇ। ਭੁੱਖਾ ਮਨੁੱਖ ਸਾਧ ਸੰਗਤ ਕਹਿੰਦੇ ਜੇ ਚੰਦਰਮਾ ਵੱਲ ਵੀ ਦੇਖੇ ਨਾ ਤਾਂ ਉਹਨੂੰ ਚੰਦਰਮਾ ਵੀ ਰੋਟੀ ਲੱਗਦਾ ਵੀ ਉਹ ਰੋਟੀ ਹੋਈ ਹੈ, ਉਹਨੂੰ ਹਰ ਥਾਂ ਤੇ ਪ੍ਰਸ਼ਾਦਾ ਹੀ ਨਜ਼ਰ ਆਉਂਦਾ ਹੈ। ਇਸ ਤਰ੍ਹਾਂ ਮਹਾਰਾਜ ਕਹਿੰਦੇ ਜਿਵੇਂ ਭੁੱਖੇ ਮਨੁੱਖ ਦੇ ਤਾਈਂ ਭੋਜਨ ਦੀ ਪ੍ਰੀਤ ਹੁੰਦੀ ਹੈ, ਤ੍ਰਿਖਾਵੰਤ ਜਲ ਸੇਤੀ ਕਾਜ। ਔਰ ਤ੍ਰਿਖਾਵੰਤ ਜਿਹੜਾ ਪਿਆਸਾ ਮਨੁੱਖ ਹੈ ਉਸ ਦੇ ਤਾਈਂ ਜਲ ਪਾਣੀ ਦੇ ਤਾਈਂ ਕੰਮ ਹੁੰਦਾ, ਉਹਨੂੰ ਪਾਣੀ ਹੀ ਚੰਗਾ ਲੱਗਦਾ। ਹੋਰ ਭਾਵੇਂ ਕਈ ਵਸਤੂਆਂ ਉਹਦੇ ਅੱਗੇ ਰੱਖ ਦਈਏ ਪਰ ਉਹਨੂੰ ਜਿਹੜਾ ਜਲ ਹੈ, ਪਾਣੀ ਹੈ, ਉਸ ਦੇ ਤਾਈਂ ਕੰਮ ਹੈ ਕਿ ਮੇਰੀ ਪਿਆਸ ਬੁਝ ਜਾਵੇਗੀ। ਜੈਸੀ ਮੂੜ ਕੁਟੰਬ ਪਰਾਇਣ। ਜਿਸ ਤਰ੍ਹਾਂ ਭਗਤ ਜੀ ਕਹਿੰਦੇ ਜਿਹੜਾ ਮੂਰਖ ਹੈ ਉਸ ਦੀ ਆਪਣੇ ਕੁਟੰਬ ਪਰਿਵਾਰ ਦੇ ਨਾਲ ਪ੍ਰੀਤ ਹੁੰਦੀ ਹੈ। ਮੂੜ ਇਸ ਵਾਸਤੇ ਕਿਹਾ ਕਿਉਂਕਿ ਸਾਰਾ ਜ਼ੋਰ ਹੀ ਉਹ ਪਰਿਵਾਰ ਵਾਸਤੇ ਲਾ ਦਿੰਦਾ ਹੈ। ਮੇਰੀ ਇਸਤਰੀ ਖੁਸ਼ ਰਹੇ, ਮੇਰੇ ਬੱਚੇ ਖੁਸ਼ ਰਹਿਣ, ਮੇਰੇ ਮਾਂ-ਬਾਪ ਖੁਸ਼ ਰਹਿਣ, ਤੇ ਉਹਨਾਂ ਵਾਸਤੇ ਮਾਇਆ ਇਕੱਠੀ ਕਰਦਾ ਹੈ ਕਈ ਤਰ੍ਹਾਂ ਦੇ ਨਾਲ ਛਲ ਕਰਕੇ, ਤਰੀਕੇ ਵਰਤ ਕਰਕੇ। ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁਤ ਦਾਰਾ ਪਹਿ ਆਨ ਲੁਟਾਵੈ। ਪੁੱਤਰਾਂ ਧੀਆਂ ਤੋਂ ਉਹਨਾਂ ਧਨ ਨੂੰ ਲਟਾਉਂਦਾ ਰਹਿੰਦਾ ਵੀ ਹੁਣ ਤੁਸੀਂ ਖਾਓ ਤੇ ਇਹ ਨਾ ਫਿਕਰ ਕਰਿਓ ਮੈਂ ਕਿੰਨੀ ਕੁ ਮਿਹਨਤ ਕੀਤੀ ਹੈ, ਮੈਂ ਓਵਰ ਟਾਈਮ ਲਾਏ ਨੇ, ਤੁਸੀਂ ਲਟਾ ਲਓ। ਤਾਂ ਇਸ ਤਰ੍ਹਾਂ ਭਗਤ ਜੀ ਕਹਿੰਦੇ ਜੈਸੀ ਮੂੜ ਕੁਟੰਬ ਪਰਾਇਣ, ਜਿਵੇਂ ਮੂਰਖ ਜੀਵ ਦੀ ਆਪਣੇ ਕੁਟੰਬ ਪਰਿਵਾਰ ਦੇ ਨਾਲ ਉਹ ਪਰਾਇਣ ਆਸਰੇ ਹੋਇਆ ਹੁੰਦਾ ਹੈ, ਪ੍ਰੀਤ ਹੁੰਦੀ ਹੈ। ਐਸੀ ਨਾਮੇ ਪ੍ਰੀਤ ਨਰਾਇਣ। ਭਗਤ ਜੀ ਕਹਿੰਦੇ ਇਸ ਤਰ੍ਹਾਂ ਦੀ ਪ੍ਰੀਤ ਹੈ ਨਾਮਦੇਵ ਦੀ, ਨਾਰਾਇਣ ਪਰਮੇਸ਼ਰ ਦੇ ਨਾਲ। ਇੱਥੇ ਪ੍ਰੀਤ ਦਾ ਅਰਥ ਲੈਣਾ ਹੈ ਕਿ ਜਿਵੇਂ ਭੁੱਖੇ ਮਨੁੱਖ ਨੂੰ ਭੋਜਨ ਚਾਹੀਦਾ ਤੇ ਪਿਆਸੇ ਨੂੰ ਪਾਣੀ ਚਾਹੀਦਾ,
ਤੇ ਜਿਹੜਾ ਮੂੜ ਮਨੁੱਖ ਹੁੰਦਾ ਹੈ ਉਹ ਕਹਿੰਦਾ ਵੀ ਪਰਿਵਾਰ ਹੀ ਚੰਗਾ ਹੈ, ਬਸ ਉੱਥੇ ਹੀ ਠੀਕ ਹੈ। ਇਸ ਤਰ੍ਹਾਂ ਭਗਤ ਜੀ ਕਹਿੰਦੇ ਨਾਮਦੇਵ ਨੂੰ ਪਰਮਾਤਮਾ ਦਾ ਪ੍ਰੇਮ ਹੈ। ਨਾਮੇ ਪ੍ਰੀਤ ਨਾਰਾਇਣ ਲਾਗੀ। ਮੇਰੇ ਨਾਮਦੇਵ ਦੇ ਤਾਈ ਤਾਂ ਨਾਰਾਇਣ ਪਰਮੇਸ਼ਰ ਦੀ ਜਿਹੜੀ ਪ੍ਰੀਤ ਹੈ ਉਹ ਲੱਗ ਗਈ, ਲਗਨ ਪੈਦਾ ਹੋ ਗਈ ਹੈ। ਹਰ ਸਮੇਂ ਵਾਹਿਗੁਰੂ ਹੀ ਚੰਗਾ ਲੱਗਦਾ ਹੈ। ਸਹਿਜ ਸੁਭਾਏ ਭਇਓ ਬੈਰਾਗੀ। ਭਗਤ ਜੀ ਕਹਿੰਦੇ ਅਸੀਂ ਸੁਤੇ ਸਹਿਤੀ ਸ੍ਰੇਸ਼ਟ ਪ੍ਰੇਮ ਕਰਕੇ ਭਇਓ ਬੈਰਾਗੀ, ਬੈਰਾਗੀ ਹੋ ਗਏ। ਵੈਰਾਗੀ ਤੋਂ ਭਾਵ ਕਿ ਹੋਰ ਸਾਨੂੰ ਕੁਝ ਚੰਗਾ ਹੀ ਨਹੀਂ ਲੱਗਦਾ। ਜਿਵੇਂ ਸਾਧ ਸੰਗਤ ਇੱਕ ਬੱਚਾ ਹੁੰਦਾ ਹੈ ਨਾ, ਜਦੋਂ ਮਾਂ ਬਾਪ ਤੋਂ ਵਿਛੜ ਜਾਵੇ ਉਸ ਨੂੰ ਕਿੰਨੀਆਂ ਵੀ ਖੇਡਾਂ ਲਿਆ ਕੇ ਦੇ ਦਿਓ, ਸੋਹਣੀਆਂ ਸੋਹਣੀਆਂ ਵਸਤੂਆਂ ਆ ਕੇ ਰੱਖ ਦਿਓ, ਪਰ ਉਹ ਰੋਣੋਂ ਨਹੀਂ ਹਟਦਾ, ਮੈਨੂੰ ਮੇਰੀ ਮਾਂ ਚਾਹੀਦੀ ਹੈ, ਮੈਨੂੰ ਮੇਰਾ ਪਿਤਾ ਚਾਹੀਦਾ। ਤਾਂ ਇਸ ਤਰ੍ਹਾਂ ਜਿਹੜੇ ਭਗਤ ਨੇ ਉਹਨਾਂ ਦਾ ਪ੍ਰਭੂ ਦੇ ਨਾਲ ਪ੍ਰੇਮ ਹੁੰਦਾ ਹੈ, ਉਹਨਾਂ ਨੂੰ ਹੋਰ ਕੋਈ ਚੰਗਾ ਨਹੀਂ ਲੱਗਦਾ, ਭਾਵੇਂ ਉਹਨਾਂ ਨੂੰ ਕਿੰਨੇ ਵੀ ਸੁੱਖ ਦਿਖਾ ਦਈਏ। ਇਹ ਖੇਡਾਂ ਹੀ ਨੇ ਨਾ ਸੰਸਾਰ ਦੀਆਂ। ਪਰ ਮਹਾਰਾਜ ਕਹਿੰਦੇ ਜਿਹੜੇ ਭਗਤ ਨੇ ਉਹ ਸਹਿਜ ਸੁਭਾਏ ਹੀ ਪਰਮਾਤਮਾ ਦੇ ਨਾਲ ਜੁੜੇ ਹੋਏ ਨੇ। ਦੂਜੇ ਪਾਸੇ ਇਹ ਕਹਿ ਲਈਏ ਕਿ ਜਦੋਂ ਪਰਮਾਤਮਾ ਦਾ ਪ੍ਰੇਮ ਪੈਦਾ ਹੋ ਗਿਆ ਤੇ ਦੂਜੇ ਦੁਨੀਆ ਦੇ ਜਿਹੜੇ ਪ੍ਰੇਮ ਨੇ ਇਹ ਸੁੱਤੇ ਹੀ ਛੁੱਟ ਜਾਂਦੇ ਨੇ, ਛੋਟੇ ਪੈ ਜਾਂਦੇ ਨੇ, ਫਿੱਕੇ ਪੈ ਜਾਂਦੇ ਨੇ, ਇਹਨਾਂ ਨੂੰ ਛੱਡਣ ਦੀ ਜ਼ਰੂਰਤ ਨਹੀਂ ਪੈਂਦੀ। ਇਸ ਲਈ ਸਾਨੂੰ ਸਤਿਗੁਰੂ ਸਿੱਖਿਆ ਦਿੰਦੇ ਨੇ, ਤੂੰ ਉਸ ਪਰਮਾਤਮਾ ਦੇ ਨਾਲ ਜੁੜ। ਉਸ ਨਾਲ ਜੁੜਿਆਂ ਸੰਸਾਰ ਵੀ ਆਪੇ ਛੁੱਟ ਜਾਵੇਗਾ, ਵਿਕਾਰ ਵੀ ਆਪੇ ਛੁੱਟ ਜਾਣਗੇ, ਇਹ ਛੋਟੇ ਪੈ ਜਾਣੇ, ਤੁੱਛ ਹੋ ਜਾਣੇ। ਜਿਵੇਂ ਸੂਰਜ ਦੇ ਅੱਗੇ ਦੀਵਾ ਬਾਲ ਦਈਏ, ਚਾਨਣ ਕਰੀਏ, ਪਰ ਉਹ ਮੱਧਮ ਪੈ ਜਾਂਦਾ ਹੈ, ਕੋਈ ਅਰਥ ਨਹੀਂ ਹੈ। ਇਹ ਦੀਵੇ ਆ ਚਾਨਣ ਤਾਂ ਸਾਨੂੰ ਰਾਤ ਨੂੰ ਹੀ ਚੰਗਾ ਲੱਗਦਾ ਹੈ, ਜਦੋਂ ਸੂਰਜ ਹੀ ਆ ਗਿਆ ਸਾਧ ਸੰਗਤ ਫਿਰ ਇਹਨਾਂ ਦੀ ਕੀ ਕੀਮਤ ਰਹਿੰਦੀ ਹੈ, ਇਹ ਮੱਧਮ ਹੋ ਜਾਂਦੇ ਨੇ। ਤੇ ਇਹਨਾਂ ਵੱਲ ਮਨੁੱਖ ਦੀ ਪ੍ਰੀਤ ਸੁਤੇ ਹੀ ਘਟ ਜਾਂਦੀ ਹੈ। ਇਸ ਤਰ੍ਹਾਂ ਹੀ ਵਾਹਿਗੁਰੂ ਦਾ ਪ੍ਰੇਮ ਹੈ ਜਿਹਦੇ ਹਿਰਦੇ ਵਿੱਚ ਪੈਦਾ ਹੋ ਜਾਵੇ, ਦੁਨੀਆ ਦੇ ਪ੍ਰੇਮ ਸਾਰੇ ਹੀ ਫਿੱਕੇ ਪੈ ਜਾਂਦੇ ਨੇ, ਭਾਵੇਂ ਮਾਇਆ ਹੀ ਹੋਵੇ, ਮਾਇਆ ਦੇ ਢੇਰ ਲੱਗੇ ਪਏ ਹੋਣ। ਹੁਣ ਭਗਤ ਨਾਮਦੇਵ ਜੀ ਦੇ ਅੱਗੇ ਰਾਜੇ ਵੀ ਆ ਕੇ ਝੁਕਦੇ ਸਨ, ਸੋਨੇ ਦੀਆਂ ਸੇਜਾਂ ਲਿਆ ਕੇ ਭੇਟਾਂ ਕੀਤੀਆਂ, ਹੀਰੇ ਮੋਤੀ ਜੜੇ ਹੋਏ ਸਨ। ਭਗਤ ਜੀ ਕਹਿੰਦੇ ਕੀ ਲੈਣਾ ਇਹਦੇ ਤੋਂ, ਇਹਨੂੰ ਨਦੀ 'ਚ ਹੀ ਸੱਟ ਦਿਓ। ਇਸ ਤਰ੍ਹਾਂ ਇਹਨਾਂ ਚੀਜ਼ਾਂ ਦਾ ਪ੍ਰੇਮ ਨਹੀਂ ਰਹਿੰਦਾ ਫਿਰ, ਜਿਹਦੇ ਅੰਦਰ ਪਰਮਾਤਮਾ ਦਾ ਪ੍ਰੇਮ ਪੈਦਾ ਹੋ ਜੇ। ਸਹਿਜ ਸੁਭਾਏ ਭਇਓ ਬੈਰਾਗੀ। ਭਗਤ ਜੀ ਕਹਿੰਦੇ ਪਰਮਾਤਮਾ ਦੇ ਪ੍ਰੇਮ ਕਰਕੇ ਸਹਿਜ ਸੁਭਾਏ, ਸੁਤੇ ਸਹਿਤੀ ਅਸੀਂ, ਸਹਿਜ ਗਿਆਨ ਦੇ ਸੁਭਾਏ, ਪ੍ਰੇਮ ਤੇ ਸਹਿਤ ਅਸੀਂ ਬੈਰਾਗੀ ਹੋ ਗਏ ਹਾਂ। ਜੈਸੀ ਪਰ ਪੁਰਖਾ ਰਤਨਾਰੀ। ਵਿਸਰਾਮ ਦੇ ਕੇ ਭਗਤ ਜੀ ਫਰਮਾਉਂਦੇ ਨੇ, ਭਾਈ ਜਿਵੇਂ ਪਰਾਏ ਪੁਰਖ ਦੀ ਇੱਕ ਪਰਾਈ ਇਸਤਰੀ ਦੇ ਨਾਲ ਪ੍ਰੀਤ ਹੁੰਦੀ ਹੈ, ਕਿ ਉਹ ਚਾਹੁੰਦਾ ਹੈ ਕਿ ਮੈਨੂੰ ਕੋਈ ਪਰਾਈ ਇਸਤਰੀ ਦਾ ਸੰਗ ਮਿਲੇ। ਲੋਭੀ ਨਰ ਤਨ ਕਾ ਹਿਤਕਾਰੀ। ਤੇ ਜਿਵੇਂ ਲੋਭੀ ਮਨੁੱਖ ਹੁੰਦਾ ਹੈ, ਉਹਨੂੰ ਧਨ ਹੀ ਚੰਗਾ ਲੱਗਦਾ ਵੀ ਧਨ ਹੀ ਮਿਲੇ, ਉਹਦਾ ਪ੍ਰੇਮ ਹੁੰਦਾ ਹੈ। ਕਾਮੀ ਪੁਰਖ ਕਾਮਨੀ ਪਿਆਰੀ। ਜਿਹੜਾ ਕਾਮੀ ਪੁਰਖ ਹੁੰਦਾ ਹੈ ਵਸ਼ਈ, ਉਹਨੂੰ ਇਸਤਰੀ ਹੀ ਚੰਗੀ ਲੱਗਦੀ ਹੈ, ਕਾਮਣੀ ਇਸਤਰੀ ਨਾਲ ਉਹ ਪਿਆਰ ਕਰਦਾ ਹੈ। ਐਸੀ ਨਾਮੇ ਪ੍ਰੀਤ ਮੁਰਾਰੀ। ਭਗਤ ਜੀ ਕਹਿੰਦੇ ਜਿਵੇਂ ਇਹਨਾਂ ਦਾ ਪ੍ਰੇਮ ਹੈ ਨਾ, ਇਸ ਤਰ੍ਹਾਂ ਦਾ ਸਾਨੂੰ ਮੁਰਾਰੀ ਪਰਮੇਸ਼ਰ ਦੇ ਨਾਲ ਪ੍ਰੇਮ ਹੈ, ਵੀ ਇੰਨੀ ਖਿੱਚ ਬਣੀ ਰਹਿੰਦੀ ਹੈ ਨਾਮ ਜਪਣ ਵਾਸਤੇ, ਵਾਹਿਗੁਰੂ ਦੇ ਦਰਸ਼ਨਾਂ ਵਾਸਤੇ, ਵਾਹਿਗੁਰੂ ਦੀ ਬੰਦਗੀ ਕਰਨ ਵਾਸਤੇ, ਤੇ ਅਸੀਂ ਵਾਹਿਗੁਰੂ ਦੀ ਬੰਦਗੀ ਨਹੀਂ ਤਿਆਗ ਸਕਦੇ। ਆਈ ਪ੍ਰੀਤ ਜੇ ਆਪੇ ਲਾਏ। ਪਰ ਇਹ ਭਗਤ ਜੀ ਪ੍ਰੇਮ ਮਿਲਦਾ ਕਿੱਥੋਂ ਹੈ? ਭਗਤ ਜੀ ਕਹਿੰਦੇ ਭਾਈ ਸਾਈਂ, ਜੋ ਸਾਈਂ ਪਹਿਲੇ ਅਰਥ ਵਿੱਚ ਕਹਿ ਲਈਏ ਸਾਧ ਸੰਗਤ ਪਰਮੇਸ਼ਰ, ਜੇ ਤਾਂ ਸਾਈਂ ਨੂੰ ਬਿੰਦੀ ਲਾ ਦਈਏ ਨਾ, ਸੱਸੇ ਕੰਨਾਂ ਉੱਤੇ ਬਿੰਦੀ ਲੱਗ ਜੇ ਤਾਂ ਸਾਈਂ ਮਾਲਕ ਦਾ ਅਰਥ ਬਣ ਜਾਂਦਾ। ਤੇ ਸਾਈ ਜੇ ਬਿੰਦੀ ਤੋਂ ਬਿਨਾਂ ਹੋਵੇ ਫਿਰ ਉਹੀ
ਭਾਵ ਜਿਹੜੀ ਉੱਪਰ ਪ੍ਰੀਤ ਕਹੀ ਹੈ ਉਹੀ ਪ੍ਰੀਤ ਜੋ ਪਰਮਾਤਮਾ ਆਪੇ ਲਾ ਦੇਵੇ। ਇਹੋ ਜੀ ਪ੍ਰੀਤ ਜੇ ਆਪ ਅੰਦਰ ਖੇਡ ਬਤਾ ਦੇਵੇ। ਅਸੀਂ ਕਈ ਵਾਰ ਸਮਾਂ ਆਉਂਦਾ ਨਾ ਸਾਡੇ ਜੀਵਨ ਅੰਦਰ ਦੁੱਖ ਆਉਂਦੇ ਨੇ, ਕੋਈ ਘਟਨਾ ਵਰਤ ਜਾਂਦੀ ਹੈ ਤੇ ਮਨ ਵਿਰਾਗੀ ਹੋ ਜਾਂਦਾ ਹੈ। ਮਨ ਨੂੰ ਖਾਣਾ ਪੀਣਾ ਕੁਝ ਕਰਨਾ ਚੰਗਾ ਹੀ ਨਹੀਂ ਲੱਗਦਾ, ਮਾਇਆ ਵੀ ਨਹੀਂ ਚੰਗੀ ਲੱਗਦੀ। ਉਹ ਵਿਰਾਗ ਹੁੰਦਾ ਹੈ ਸਾਧ ਸੰਗਤ। ਪਰ ਉਸ ਵਿਰਾਗ ਦੇ ਵਿੱਚ ਜੇ ਪਰਮਾਤਮਾ ਦਾ ਪ੍ਰੇਮ ਪੈਦਾ ਹੋ ਜੇ ਨਾ ਤੇ ਇਹ ਸਭ ਤੋਂ ਉੱਤਮ ਹੈ। ਪਰ ਮਹਾਰਾਜ ਕਹਿੰਦੇ ਇਹ ਪ੍ਰੇਮ ਜੇ ਵਾਹਿਗੁਰੂ ਪਰਮੇਸ਼ਰ ਆਪ ਕਿਰਪਾ ਕਰਕੇ ਲਾ ਦੇਣਾ ਕਰੇ ਗੁਰ ਪ੍ਰਸਾਦੀ ਦੁਬਿਧਾ ਜਾਏ, ਤਾਂ ਸਤਿਗੁਰਾਂ ਦੀ ਕਿਰਪਾ ਨਾਲ ਦੁਬਿਧਾ ਚਲੀ ਜਾਂਦੀ ਹੈ। ਇਹ ਪ੍ਰੇਮ ਕਦੋਂ ਪੈਦਾ ਹੁੰਦਾ ਹੈ? ਜਦੋਂ ਗੁਰੂ ਸਾਹਿਬ ਕਿਰਪਾ ਕਰਦੇ ਨੇ। ਜਦੋਂ ਸਾਡੇ ਮਨ ਨੂੰ ਸੱਟ ਵੱਜੇਗੀ, ਅਸੀਂ ਰੋਜ਼ਾਨਾ ਬਾਣੀ ਦਾ ਪਾਠ ਕਰੀਏ ਪ੍ਰੇਮ ਨਾਲ, ਸ਼ਰਧਾ ਨਾਲ, ਤੇ ਬਾਣੀ ਵਿੱਚ ਸਾਡਾ ਮਨ ਜੁੜਨ ਲੱਗ ਜਾਏਗਾ ਨਾ, ਤੇ ਫਿਰ ਅੰਦਰ ਇਹ ਪ੍ਰੀਤ ਭੁੱਖ ਬਣ ਜਾਵੇਗੀ। ਹੁਣ ਅਸੀਂ ਰੋਜ਼ਾਨਾ ਗੁਰੂ ਘਰ ਆਉਂਦੇ ਹਾਂ, ਮੱਥਾ ਟੇਕਦੇ ਹਾਂ, ਕਥਾ ਸੁਣਦੇ ਹਾਂ, ਕੀਰਤਨ ਸੁਣੀਏ, ਇਹ ਸਾਡਾ ਨੇਮ ਬਣ ਜੇ। ਤੇ ਜਿੱਦਣ ਸਾਡਾ ਵਿਘਨ ਪਵੇਗਾ ਉਸ ਦਿਨ ਸਾਨੂੰ ਪਤਾ ਲੱਗੇਗਾ ਵੀ ਅੱਜ ਮੇਰੇ ਕੋਲੋਂ ਕਿਉਂ ਨਹੀਂ ਸਮਾਂ ਨਿਕਲਿਆ, ਮੈਂ ਇਹ ਸਮਾਂ ਕਿਉਂ ਗਵਾ ਦਿੱਤਾ। ਉਦੋਂ ਫਿਰ ਮਨ ਵਿੱਚ ਇਹ ਤੜਫ ਬਣੀ ਰਹਿੰਦੀ ਹੈ ਵੀ ਮੈਂ ਅੱਜ ਕਿਉਂ ਇਹ ਸਮਾਂ ਗਵਾਇਆ। ਭਾਵੇਂ ਉਸ ਦਿਨ ਸਾਨੂੰ ਕਿੰਨੇ ਵੀ ਸੁੱਖ ਮਿਲਦੇ ਰਹਿਣ, ਮਾਇਆ ਮਿਲਦੀ ਰਹੇ, ਪਰ ਇਹ ਜ਼ਰੂਰ ਤੜਫ ਬਣੀ ਰਹੇਗੀ ਕਿ ਮੈਂ ਅੱਜ ਉਹ ਸਮਾਂ ਕਿਉਂ ਗਵਾ ਦਿੱਤਾ। ਪਰ ਇਹ ਅਜੇ ਪੂਰੀ ਤੜਫ ਨਹੀਂ ਹੁੰਦੀ। ਜਦੋਂ ਪੂਰੀ ਤੜਫ ਪੈਦਾ ਹੋ ਜੇ ਨਾ ਸਾਧ ਸੰਗਤ, ਫਿਰ ਵਿਘਨ ਵੀ ਨਹੀਂ ਪੈਂਦੇ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਜਦੋਂ ਗੁਰੂ ਸਾਹਿਬ ਆਪ ਕਿਰਪਾ ਕਰਦੇ ਨੇ ਭਾਈ, ਉਦੋਂ ਮਨ ਵਿੱਚੋਂ ਦੁਬਿਧਾ ਜਿਹੜੀ ਉਹ ਚਲੀ ਜਾਂਦੀ ਹੈ, ਦੁਚਿੱਤੀ ਦੂਰ ਹੋ ਜਾਂਦੀ ਹੈ। ਕਬਹੂ ਨਾ ਟੂਟਸ ਰਹਿਆ ਸਮਾਏ, ਫਿਰ ਇਹ ਪ੍ਰੀਤ ਕਦੇ ਟੁੱਟਦੀ ਨਹੀਂ ਹੈ। ਉਦੋਂ ਹਰ ਸਮੇਂ ਜਿਹੜਾ ਚਿੱਤ ਹੈ ਵਾਹਿਗੁਰੂ ਦੇ ਪ੍ਰੇਮ ਵਿੱਚ ਹੀ ਸਮਾਇਆ ਰਹਿੰਦਾ ਹੈ। ਉਹ ਤਾਰ ਜੁੜੀ ਰਹਿੰਦੀ ਹੈ ਸੁਰਤ ਦੀ ਅੰਦਰੋਂ। ਨਾਮੇ ਚਿਤ ਲਾਇਆ ਸਚ ਨਾਏ, ਭਗਤ ਨਾਮਦੇਵ ਜੀ ਕਹਿੰਦੇ ਮੈਂ ਤਾਂ ਸੱਚੇ ਨਾਮ ਦੇ ਨਾਲ ਆਪਣਾ ਚਿੱਤ ਜੋੜ ਲਿਆ। ਵੀ ਨਾਮ ਤੋਂ ਬਿਨਾਂ ਨਾ ਹੀ ਕਿਸੇ ਨੇ ਸਹਾਇਤਾ ਕਰਨੀ ਹੈ, ਨਾਮ ਤੋਂ ਬਿਨਾਂ ਨਾ ਹੀ ਕੋਈ ਸੱਚ ਹੈ, ਬਸ ਸਾਰਾ ਕੁਝ ਨਾਮ ਦੇ ਆਸਰੇ ਕਰ ਦਿੱਤਾ। ਜੈਸੀ ਪ੍ਰੀਤ ਬਾਲਕ ਅਰ ਮਾਤਾ, ਜਿਵੇਂ ਬਾਲਕ ਦੀ ਮਾਤਾ ਦੇ ਨਾਲ ਪ੍ਰੀਤ ਹੁੰਦੀ ਹੈ ਤੇ ਮਾਂ ਦੀ ਬਾਲਕ ਨਾਲ। ਵੇਖੋ ਮਾਂ ਬਾਲਕ ਤੋਂ ਬਿਨਾਂ ਰਹਿ ਨਹੀਂ ਸਕਦੀ। ਮੇਰਾ ਪੁੱਤ ਕਿੱਥੇ ਹੈ ਤੇ ਹਰ ਸਮੇਂ ਉਹਦੇ ਤੋਂ ਦੂਰ ਨਹੀਂ ਹੋ ਸਕਦੀ। ਇੱਕ ਨਵ ਜੰਮਿਆ ਬੱਚਾ ਉਹ ਆਪਣੀ ਮਾਂ ਦੇ ਨਾਲ ਪ੍ਰੇਮ ਕਰਦਾ ਹੈ। ਐਸਾ ਹਰ ਸੇਤੀ ਮਨ ਰਾਤਾ, ਇਸ ਤਰ੍ਹਾਂ ਹੀ ਭਗਤ ਨਾਮਦੇਵ ਜੀ ਕਹਿੰਦੇ ਮੇਰਾ ਹਰੀ ਪਰਮੇਸ਼ਰ ਦੇ ਨਾਲ ਮਨ ਰਤਿਆ ਗਿਆ, ਮਿਲ ਗਿਆ, ਪ੍ਰੇਮ ਬਣ ਗਿਆ। ਪ੍ਰਣਵੈ ਨਾਮ ਦਿਓ ਲਾਗੀ ਪ੍ਰੀਤ, ਭਗਤ ਨਾਮਦੇਵ ਜੀ ਕਹਿੰਦੇ ਅਸੀਂ ਬੇਨਤੀ ਪੂਰਵਕ ਕਹਿੰਦੇ ਹਾਂ ਕਿ ਸਾਡੀ ਪਰਮੇਸ਼ਰ ਵਾਹਿਗੁਰੂ ਦੇ ਨਾਲ ਪ੍ਰੀਤ ਲੱਗ ਗਈ ਹੈ। ਗੋਬਿੰਦ ਵਸੈ ਹਮਾਰੇ ਜੀਤ, ਉਹ ਗੋਬਿੰਦ ਧਰਤੀ ਦਾ ਪਾਲਕ ਪਰਮੇਸ਼ਰ, ਰੱਖਿਆ ਕਰਨ ਵਾਲਾ ਸਾਡੇ ਚਿੱਤ ਹਿਰਦੇ ਵਿੱਚ ਵਸਦਾ ਹੈ। ਉਹਦਾ ਸਾਡੇ ਮਨ ਵਿੱਚ ਹੁਣ ਵਾਸ ਹੋ ਗਿਆ ਹੈ। ਜਿੱਥੇ ਭਗਤ ਰਵਿਦਾਸ ਜੀ ਕਹਿੰਦੇ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਸੱਚੀ ਪ੍ਰੀਤ ਕਿਉਂ ਆਖਿਆ? ਕਿਉਂਕਿ ਦੁਨੀਆ ਦੇ ਜਿਹੜੇ ਪ੍ਰੇਮ ਨੇ ਇਹ ਜਿਉਂਦਿਆਂ ਜੀ ਸਾਧ ਸੰਗ ਖਤਮ ਹੋ ਜਾਂਦੇ। ਇੱਕ ਮੱਛੀ ਹੈ ਨਾ, ਭਗਤ ਰਵਿਦਾਸ ਜੀ ਨੇ ਮੱਛੀ ਦੀ ਵੀ ਗੱਲ ਕੀਤੀ ਹੈ। ਜਿੱਥੇ ਭਗਤ ਜੀ ਕਹਿੰਦੇ ਮੀਨ ਕਾਟਿਓ ਫਾਂਕਿਓ ਬਹੁ ਬਿਦ ਕੀ, ਭਗਤ ਰਵਿਦਾਸ ਜੀ ਕਹਿੰਦੇ ਕਿਸੇ ਬੰਦੇ ਨੇ ਮੀਨ ਮੱਛੀ ਨੂੰ ਪਕੜ ਕਰਕੇ ਉਹਦਾ ਭੋਜਨ ਬਣਾਉਣਾ ਕੀਤਾ, ਭੋਜਨ ਬਣਾ ਕਰਕੇ ਉਹਨੂੰ ਖਾ ਲੈਣਾ ਕੀਤਾ। ਤੇ ਫਿਰ ਸਾਧ ਸੰਗਤ ਜਦੋਂ ਮੱਛੀ ਨੂੰ ਖਾਧਾ ਤੇ ਉਹਨੂੰ ਫਿਰ ਪਿਆਸ ਲੱਗਦੀ ਹੈ। ਜਿਹੜੀ ਮੱਛੀ ਹੈ ਨਾ ਉਹਦਾ ਪਾਣੀ ਨਾਲ ਇੰਨਾ ਪ੍ਰੇਮ ਹੁੰਦਾ ਹੈ, ਜਿਉਂਦੇ ਜੀ ਤਾਂ ਪਾਣੀ ਤੋਂ ਵਿਛੜਦੀ ਨਹੀਂ, ਪਰ ਪਾਣੀ ਤੋਂ ਵਿਛੋੜ ਕੇ ਜਦੋਂ ਉਹਨੂੰ ਬਣਾਇਆ ਜਾਂਦਾ ਉਹਦੇ 'ਚ ਪਾਣੀ ਬਹੁਤ ਪਾਉਣਾ ਪੈਂਦਾ। ਤੇ ਜਦੋਂ ਉਹ ਮੱਛੀ ਕੋਈ ਖਾ ਲਵੇ ਤਾਂ ਉਹਨੂੰ ਪਿਆਸ ਬਹੁਤ ਲੱਗਦੀ ਹੈ।
मीन फांक्यो अर काट्यो रांध कियो बहु बानी खंड खंड कर भोजन कीनो तऊ न बिसरियो पानी। ਇਸ ਤਰ੍ਹਾਂ ਹੀ ਭਗਤ ਜੀ ਕਹਿੰਦੇ ਜਿਹੜਾ ਪਰਮਾਤਮਾ ਦਾ ਪ੍ਰੇਮ ਹੈ ਜਿਹਦੇ ਅੰਦਰ ਪੈਦਾ ਹੋ ਜੇ ਉਹਦੇ ਟੁਕੜੇ ਟੁਕੜੇ ਵੀ ਕਰ ਦਿੱਤੇ ਜਾਣ। ਭਾਈ ਮਨੀ ਸਿੰਘ ਜੀ ਉਹਨਾਂ ਦਾ ਬੰਦ ਕੱਟਿਆ ਗਿਆ ਸੀ, ਇੱਕ ਟੋਕਰੇ ਵਿੱਚ ਪਾ ਕੇ ਰੱਖ ਦਿੱਤਾ, ਪਰ ਉੱਥੋਂ ਵੀ ਅੰਮ੍ਰਿਤ ਬਾਣੀ ਦਾ ਪਾਠ ਚੱਲਦਾ ਰਿਹਾ। ਬ੍ਰਹਮ ਗਿਆਨੀ ਦੀ ਅਸ਼ਟਪਦੀ ਤੱਕ ਪਾਠ ਗਿਆ ਸੀ ਸੁਖਮਣੀ ਸਾਹਿਬ ਦਾ, ਜਦੋਂ ਸਾਰੇ ਸਰੀਰ ਦੇ ਟੁਕੜੇ ਹੋ ਗਏ ਸਨ, ਪਰ ਉਹਨਾਂ ਟੁਕੜਿਆਂ ਵਿੱਚ ਵੀ ਬਾਣੀ ਦਾ ਪਾਠ ਚੱਲਦਾ ਰਿਹਾ, ਸਾਰੀ ਸੁਖਮਣੀ ਸਾਹਿਬ ਬਾਣੀ ਦਾ ਪਾਠ ਹੋਇਆ। ਇਹ ਇਤਿਹਾਸ ਗਵਾਹੀ ਦਿੰਦਾ ਹੈ ਕਿ ਭਾਈ ਮਤੀ ਦਾਸ ਦੇ ਸਰੀਰ ਦੇ 2 ਹਿੱਸੇ ਹੋ ਗਏ। ਜਪਜੀ ਸਾਹਿਬ ਦਾ ਪਾਠ ਆਰੰਭ ਕੀਤਾ ਸੀ, 5 ਪ੍ਰਵਾਨ 5 ਪ੍ਰਧਾਨ ਵਾਲੀ ਪੌੜੀ ਤੇ ਪਾਠ ਗਿਆ, ਜਦੋਂ ਸਰੀਰ ਦੇ 2 ਟੁਕੜੇ ਹੋ ਕੇ ਡਿੱਗ ਪਏ, ਪਰ ਬਾਣੀ ਦਾ ਪਾਠ ਚੱਲਦਾ ਰਿਹਾ। ਜਪਜੀ ਸਾਹਿਬ ਦਾ ਸੰਪੂਰਨ ਪਾਠ ਹੋਇਆ, ਦੋਹੇ ਹਿੱਸਿਆਂ ਵਿੱਚੋਂ ਆਵਾਜ਼ ਆਉਂਦੀ ਰਹੀ। ਇਹ ਕਲਾ ਹੈ ਨਾਮ ਦੀ। ਸਤਿਗੁਰੂ ਮਹਾਰਾਜ ਕਹਿੰਦੇ ਭਾਈ ਇਹ ਉਹਨੂੰ ਪ੍ਰੀਤ ਪ੍ਰਾਪਤ ਹੁੰਦੀ ਹੈ ਜਿਹਦੇ ਤੇ ਵਾਹਿਗੁਰੂ ਕਿਰਪਾ ਕਰਦਾ ਹੈ, ਜਿਹਦੇ ਹਿਰਦੇ ਵਿੱਚ ਵਸ ਜਾਂਦਾ ਹੈ। ਵਾਹਿਗੁਰੂ ਦਾ ਪ੍ਰੇਮ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਸਤਿਗੁਰੂ ਸਾਰਿਆਂ ਤੇ ਕਿਰਪਾ ਕਰਨ, ਨਾਮ ਬਾਣੀ ਦਾ ਪਿਆਰ ਬਖਸ਼ਣ, ਗੁਰਬਾਣੀ ਵਿੱਚੋਂ ਰਸ ਬਖਸ਼ਣ, ਔਗਣਾਂ ਦਾ ਤਿਆਗ ਕਰਾਉਣ, ਗੁਣਾਂ ਦਾ ਖਜ਼ਾਨਾ ਬਖਸ਼ਣ, ਨਾਮ ਵਿੱਚ ਪ੍ਰੀਤ ਹੋਵੇ। ਸਤਿਗੁਰੂ ਸਾਰਿਆਂ ਤੇ ਕਿਰਪਾ ਕਰਨ। ਸਮਾਪਤੀ ਹੈ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਗੁਰੂ ਰੂਪ ਖਾਲਸਾ ਸਾਧ ਸੰਗਤ ਮਾਫੀ ਬਖਸ਼ਦੇ ਨੇ, ਅੱਗੇ ਵਾਸਤੇ ਸਮੱਤ ਬਖਸ਼ਣੀ ਜੀ। ਜੈਸੀ ਪ੍ਰੀਤ